ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੁੰਦਰਤ ਨਾਨਕੀਏ ਤਿਨ ਜਬਹੀ। ਅਪਰ ਆਕਾਸ ਦਿਖਾਇਓ ਤਬਹੀ। ਕਿਤਕ ਦਿਵਸ ਤਹ ਬੀਚ ਬਿਹਾਰੇ। ਬਹਰ ਔਰ ਨਭ ਮਾਹੇ ਪਧਾਰੇ। ਮੁੰਦਰਤ ਨਾਨਕੀਏ ਤਿਨ ਜਬਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਵਡਭਾਗੀ ਹੋ, ਜੋ ਕਿ ਸੰਧਿਆ ਦੇ ਸਮੇਂ ਤੋਂ ਹੀ ਸਤਿਗੁਰੂ ਜੀ ਦੇ ਦਰਬਾਰਾਂ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਲੈ ਰਹੇ ਹੋ। ਗੁਰੂ ਸਾਹਿਬ ਜੀ ਦੀ ਤੁਰਕੀ ਬਾਣੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਬੇਅੰਤ ਸੰਗਤਾਂ ਹੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਪ੍ਰਤੱਖ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਲਾਹਾ ਲੈ ਰਹੇ ਹਨ। ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਤਿਲ ਫੁੱਲ ਭੇਟਾਂ ਅਰਪਣ ਕਰਕੇ ਆਪਣੀਆਂ ਮਨੋਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰ ਰਹੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਦੇ ਨਾਲ ਹੀ ਜੋ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਕਥਾ ਆਪਾਂ ਪੜ੍ਹ ਸੁਣ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਸ਼ੇਖ ਬ੍ਰਹਮ ਜੀ ਨਾਲ ਗਿਆਨ ਚਰਚਾ ਕਰਕੇ ਬਗਦਾਦ ਵਿਖੇ ਚਲੇ ਗਏ, ਜੋ ਅਰਬ ਦੀ ਕੰਟਰੀ ਵਿੱਚ ਹੈ। ਇੱਥੇ ਬਗਦਾਦ ਵਿੱਚ ਇੱਕ ਅਬਦੁਲ ਕਾਦਰ
ਜਲੀਨ ਨਾਮ ਦਾ ਬੜਾ ਤਕੜਾ ਸਾਧੂ ਹੋਇਆ ਹੈ। ਉਹਨਾਂ ਦੇ ਜੋ ਗੱਦੀ ਨਸ਼ੀਨ ਅੱਗੇ ਤੋਂ ਅੱਗੇ ਪੀਰ ਹੋ ਰਹੇ ਸਨ, ਆ ਰਹੇ ਸਨ, ਚੱਲਦੇ ਆ ਰਹੇ ਸੀ। ਜੇ ਅਬਦੁਲ ਕਾਦਰ ਜਲੀਨ ਫਕੀਰ ਦਰਵੇਸ਼ ਦਾ ਨਾਮ ਪ੍ਰਸਿੱਧ ਦਸਤਗੀਰ ਹੋਇਆ, ਇਸੇ ਤਰ੍ਹਾਂ ਜਦੋਂ ਗੁਰੂ ਸਾਹਿਬ ਜੀ ਗਏ ਤੇ ਉੱਥੇ ਦਸਤਗੀਰ ਪੀਰ ਖਿਤਾਬ ਦਾ ਇੱਕ ਪੀਰ ਜਿਹੜੇ ਰਹਿ ਰਹੇ ਸਨ, ਜਿਸ ਨੂੰ ਬਗਦਾਦ ਸ਼ਹਿਰ ਸਾਰੇ ਬੜਾ ਮੰਨਦਾ ਪੂਜਦਾ ਸੀ। ਇਹਨਾਂ 'ਚ ਬੜੀ ਤਗੜੀ ਤਾਕਤ ਵੀ ਸੀ, ਸਾਰੇ ਦੀ ਆਗਿਆ ਵਿੱਚ ਚੱਲਦੇ। ਤਾਕਤ ਦਾ ਮਾਣ ਨਾਸ ਕਰਨ ਵਾਸਤੇ ਸਿੱਖ ਸੇਵਕੀ ਦੀ ਬਹੁਤੀ ਸੀ, ਇਹਦੇ ਹੰਕਾਰ ਨੂੰ ਨਾਸ ਕਰਨ ਵਾਸਤੇ ਗੁਰੂ ਸਾਹਿਬ ਜੀ ਬਗਦਾਦ ਦੀ ਧਰਤੀ 'ਤੇ ਗਏ। ਸ਼ਹਿਰ ਤੋਂ ਬਾਰ-ਬਾਰ ਜਿੱਥੇ ਜਲ ਵਗ ਰਿਹਾ ਸੀ, ਜਲ ਦਾ ਸੋਮਾ ਦੇਖ ਕੇ ਗੁਰੂ ਸਾਹਿਬ ਜੀ ਉੱਥੇ ਬੈਠ ਗਏ, ਜਿੱਥੇ ਅੱਜ ਵੀ ਕਹਿੰਦੇ ਵੀ ਚਾਰ ਦੀਵਾਰੀ ਬਲ ਕੇ ਉਹ ਥੜਾ ਸਾਹਿਬ ਸਤਿਗੁਰੂ ਜੀ ਦਾ ਸੁਭਾਈਮਾਨ ਹੈ। ਉੱਥੇ ਬੈਠ ਕੇ ਮਹਾਰਾਜ ਰਾਤ ਬਤੀਤ ਹੋਈ। ਜਦੋਂ ਅੰਮ੍ਰਿਤ ਵੇਲਾ ਹੋਇਆ, ਗੁਰੂ ਸਾਹਿਬ ਜੀ ਇਸ਼ਨਾਨ ਕਰਕੇ ਬਾਣੀ ਪੜ੍ਹੀ ਹੈ ਸ੍ਰੀ ਜਪਜੀ ਸਾਹਿਬ। ਜਪਜੀ ਸਾਹਿਬ ਪੜ੍ਹਦਿਆਂ ਜਦੋਂ ਗੁਰੂ ਸਾਹਿਬ ਜੀ ਇਸ ਪੌੜੀ 'ਤੇ ਆਏ ਹੈ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਓੜ ਕੋੜ ਭਾਲ ਥੱਕੇ ਵੇਦ ਕਹਿਣ ਕਵਾਤ। ਉੱਥੇ ਦਸਤਗੀਰ ਪੀਰ ਦਾ ਇੱਕ ਮੁਰੀਦ ਵੀ ਇਸ਼ਨਾਨ ਕਰਨ ਵਾਸਤੇ ਆਇਆ ਸੀ। ਜਦੋਂ ਉਹਦੇ ਕੰਨਾਂ ਵਿੱਚ ਇਹ ਗੱਲ ਪਈ ਤਾਂ ਬੜਾ ਆਸ਼ਚਰਜ ਹੋਇਆ। ਕਹਿੰਦਾ ਵੀ ਕੋਈ ਕੌਣ ਇੱਥੇ ਆ ਗਿਆ ਐਸਾ ਕੁਫਰ ਗੁਫਾਰੀ, ਜਿਹੜਾ ਵੀ ਇਸ ਵੇਲੇ ਝੂਠ ਕੁਫਰ ਤੋਲ ਰਿਹਾ ਹੈ। ਮਨ 'ਚ ਵਿਚਾਰਦਾ ਵੀ ਸਾਡੇ ਕੁਰਾਨ ਵਿੱਚ ਵੀ 14 ਲੋਕ ਦੱਸੇ ਹੈ, 7 ਪਤਾਲ 7 ਆਕਾਸ਼, ਇਹ ਲੱਖਾਂ ਕਹਿ ਰਿਹਾ ਵੀ ਇਹ ਕੌਣ ਹੈ। ਇਸ ਤਰ੍ਹਾਂ ਗੁੱਸਾ ਜਿਹਾ ਕਰਦਾ ਹੋਇਆ ਤਰਕ ਕਰਦਾ ਮਹਾਰਾਜ ਜੀ ਦੇ ਪਾਸ ਚਲਿਆ ਗਿਆ। ਜਦੋਂ ਪਹੁੰਚਿਆ ਹੈ ਤੇ ਭਾਈ ਮਰਦਾਨਾ ਜੀ ਨੇ ਰਬਾਬ ਛੇੜ ਦਿੱਤਾ, ਰਬਾਬ ਵਜਾਉਣਾ ਸ਼ੁਰੂ ਕਰ ਦਿੱਤਾ, ਵਾਹਿਗੁਰੂ ਦੀ ਸਿਫਤ ਸ਼ੁਰੂ ਕਰ ਦਿੱਤੀ। ਇਹ ਕਿੰਨਾ ਚਿਰ ਸੁਣਦਾ ਰਿਹਾ, ਸੁਣ ਕੇ ਸਾਰਾ ਜਪਜੀ ਸਾਹਿਬ, ਤੇ ਅਖੀਰੀ ਗੁੱਸੇ ਵਿੱਚ ਆ ਕੇ ਤੇ ਚਲਿਆ ਗਿਆ ਆਪਣੇ ਪੀਰ ਦਸਤਗੀਰ ਕੋਲ। ਉੱਥੇ ਜਾ ਕੇ ਸਾਰੀ ਗੱਲ ਦੱਸੀ ਵੀ ਸੁਣੋ ਜੀ, ਇੱਕ ਕੁਫਰ, ਇੱਕ ਹਿੰਦੂ ਫਕੀਰ ਹਿੰਦੁਸਤਾਨ ਤੋਂ ਆਈ ਬੈਠਾ ਇੱਥੇ ਆਪਣੇ ਸ਼ਹਿਰ ਬਗਦਾਦ ਬਾਰ-ਬਾਰ, ਉਹਨੇ ਬੜਾ ਤਗੜਾ ਕੁਫਰ ਤੋਲਿਆ। ਉਹ ਕਹਿ ਰਿਹਾ ਵੀ ਲੱਖਾਂ ਪਤਾਲ ਲੱਖਾਂ ਆਕਾਸ਼ ਹੈ, ਤੇ ਕੁਰਾਨ ਵਿੱਚ ਤੇ ਸਾਡੇ ਅੰਜੀਲ ਤੋਰੇਤ ਬੂਰ 24 ਕਿਤਾਬਾਂ ਵਿੱਚ ਤੇ 14 ਲੋਕਾਂ ਬਾਰੇ ਦੱਸਿਆ ਹੈ, ਤੇ ਤੁਸੀਂ ਵੀ ਪੀਰ ਜੀ ਇਹੀ ਕਹਿੰਦੇ ਆ ਰਹੇ ਹੋ, ਉਹਨੇ ਕੀ ਝੂਠ ਬਕ ਦਿੱਤਾ ਹੈ। ਮੈਂ ਤਾਂ ਸਮਝਦਾ ਵੀ ਜਾਂ ਤਾਂ ਕੁਰਾਨ ਵਿੱਚ ਜਿਹੜਾ ਹੈ ਸਹੀ ਨਹੀਂ ਲਿਖਿਆ ਗਿਆ ਹੈ, ਜਾਂ ਉਹ ਅਣਜਾਣ ਹੈ ਫਕੀਰ ਹਿੰਦੂ, ਉਹ ਝੂਠ ਬੋਲ ਰਿਹਾ ਹੈ। ਇਸ ਕਰਕੇ ਤੁਸੀਂ ਕੋਈ ਪ੍ਰਬੰਧ ਕਰੋ ਉਹਦਾ। ਜੇ ਉਹਨਾਂ ਦੇ 2 ਗਲਤੀਆਂ ਕੀਤੀਆਂ ਵੀ, ਇੱਕ ਤਾਂ ਉਹ ਹੈ ਇਹ ਗੱਲ ਕਹੀ ਵੀ ਲੱਖਾਂ ਪਤਾਲਾਂ ਆਕਾਸ਼ਾਂ ਵਾਲੀ, ਇੱਕ ਉਹਨਾਂ ਦਾ ਨਾਲ ਹੋਰ ਸੇਵਕ ਫਕੀਰ ਸੀ, ਔਰ ਰਾਗ ਵਿੱਚ ਗਾਉਣਾ ਨੇ ਸ਼ੁਰੂ ਕਰ ਦਿੱਤਾ ਮੈਨੂੰ ਦੇਖ ਕੇ। ਇਹ ਪੀਰ ਜੀ ਜੇ ਤੁਹਾਡੇ ਇੱਥੇ ਨੇੜੇ ਰਹਿੰਦੇ ਆਹ ਕੁਝ ਹੋਏਗਾ, ਤੇ ਜਿਹੜੇ ਦੂਰ ਹੈ ਉਹ ਤਾਂ ਸੁਭਾਵਕ ਹੀ ਨਿਝੱਕ ਹੋ ਕੇ ਸਭ ਕੁਝ ਮਾੜਾ ਕਰਨਗੇ, ਬੇਮਰਿਆਦਾ ਹੀ। ਸੁਣ ਕੇ ਦਸਤਗੀਰ ਪੀਰ ਨੂੰ ਬੜਾ ਗੁੱਸਾ ਆਇਆ। ਇਹਨੇ ਉਸੇ ਵੇਲੇ ਆਗਿਆ ਕੀਤੀ ਵੀ ਜਿੰਨੇ ਬਗਦਾਦ ਸ਼ਹਿਰ ਦੇ ਲੋਕ ਆ ਉਹਨਾਂ ਨੂੰ ਮੇਰੀ ਆਗਿਆ ਦੇ ਦਿਓ, ਕਹਿ ਦਿਓ ਵੀ ਇਸ ਫਕੀਰਾਂ ਨੂੰ ਜਿਹੜੇ ਆਏ 2-3 ਜਾਣੇ ਸੰਗਸਾਰ ਦੀ ਸਜ਼ਾ ਦਿਓ, ਆਪ ਵੱਟੇ ਮਾਰ ਕੇ ਤੇ ਇਹਨਾਂ ਨੂੰ ਪੱਥਰਾਂ ਦੀ ਮਾਰ ਕੇ ਮਾਰ ਦੇਣਾ, ਤਾਂ ਜੋ ਕੋਈ ਬੇਮਰਿਆਦਾ ਕੰਮ ਅੱਗੇ ਤੋਂ ਨਾ ਕਰੇ, ਪਤਾ ਚੱਲ ਜਾਏ ਵੀ ਇੱਥੇ ਐਸਾ ਕੁਝ ਕਰਨ ਦਾ ਕੀ ਫਲ ਹੈ।
ਕਿਉਂਕਿ ਬਗਦਾਦ ਮੁਸਲਮਾਨ ਪੀਰਾਂ ਦਾ ਬਹੁਤ ਵੱਡਾ ਟਿਕਾਣਾ ਹੈ। ਲੋਕ ਫਿਰ ਉੱਥੇ ਆਗਿਆ ਹੋ ਗਈ, ਲੋਕ ਸਾਰੇ ਉੱਥੇ ਆ ਗਏ। ਘਰੋਂ ਘਰੀ ਉੱਠ ਕੇ ਬਗਦਾਦ ਦੇ ਲੋਕਾਂ ਨੇ ਪੱਥਰ ਹੱਥਾਂ ਵਿੱਚ ਫੜ ਲਏ, ਰੌਲਾ ਪਾਉਂਦੇ ਆਉਣ ਲੱਗੇ। ਰੌਲਾ ਪਾਉਂਦੇ ਪਾਉਂਦੇ ਜਦੋਂ ਸਤਿਗੁਰੂ ਜੀ ਦੇ ਪਾਸ ਨੇੜੇ ਆ ਗਏ, ਗੁਰੂ ਸਾਹਿਬ ਜੀ ਨੇ ਦੇਖ ਕੇ ਇਹਨਾਂ ਨੂੰ ਹੁੰਕਾਰਾ ਜਿਹਾ ਮਾਰਿਆ ਹੈ। ਇਹਨਾਂ ਇੱਛਾ ਕੀਤੀ ਪੱਥਰ ਮਾਰ ਲਈ, ਜਦੋਂ ਹੀ ਹੱਥ ਤਾਂ ਚੁੱਕੇ ਗੁਰੂ ਜੀ ਨੇ ਹੁੰਕਾਰਾ ਜਿਹਾ ਮੁੱਖ ਨਾਲ ਮਾਰਿਆ। ਇਹਨਾਂ ਦੀਆਂ ਬਾਹਾਂ ਜਿਹੜੀਆਂ ਤਾਂ ਹੀ ਰਹਿ ਗਈਆਂ ਖੜੀਆਂ ਦੀ ਖੜੀਆਂ ਹੀ। ਫਿਰ ਬੜੇ ਦੁੱਖ ਮਨਾਉਣ, ਬਾਂਹ ਨਾ ਅੱਗੇ ਨਾ ਪਿੱਛੇ, ਉੱਥੇ ਹੀ ਖਲੋਤੀਆਂ ਰਹਿ ਗਈਆਂ, ਪੱਥਰ ਹੱਥਾਂ ਨੂੰ ਜੁੜ ਗਏ। ਫਿਰ ਇਹ ਦਸਤਗੀਰ ਪੀਰ ਨੂੰ ਪਤਾ ਲੱਗਾ, ਇਹ ਪਹੁੰਚਿਆ ਉੱਥੇ। ਇਹਨੇ ਆਪਣੀ ਸ਼ਕਤੀ ਨਾਲ ਪਹਿਲਾਂ ਤਾਂ ਮੂਰਛਤ ਹੋ ਗਏ, ਲੋਕ ਡਿੱਗ ਪਏ ਧਰਤੀ 'ਤੇ, ਉਠਾਏ। ਜਦੋਂ ਪੱਥਰ ਮਾਰ ਲੱਗੇ, ਬਾਹਾਂ ਲੱਕੜ ਵਾਂਗ ਖੜੀਆਂ ਰਹਿ ਗਈਆਂ। ਫਿਰ ਇਹ ਬੜੀ ਕੋਸ਼ਿਸ਼ ਕਰਦਾ ਦਸਤਗੀਰ ਪੀਰ, ਸ਼ਕਤੀ ਲਾਉਂਦਾ ਵੀ ਮੈਂ ਬਾਹਾਂ ਇਹਨਾਂ ਦੀਆਂ ਠਾਹ ਕਰ ਦੇਵਾਂ, ਪਰ ਉਹ ਹੇਠਾਂ ਹੋਣ ਹੀ ਨਾ। ਫਿਰ ਇਹਨੂੰ ਸਮਝ ਆਈ ਵੀ ਮੈਂ ਇਸ ਤਰ੍ਹਾਂ ਤਾਂ ਨਹੀਂ ਜਿੱਤ ਸਕਦਾ, ਕਿਉਂਕਿ ਮੈਂ ਟਟਹਿਣੇ ਦੀ ਨਿਆਈ ਹਾਂ। ਜਿਵੇਂ ਸੂਰਜ ਅੱਗੇ ਟਟਹਿਣਾ ਆਖੇ ਵੀ ਮੈਂ ਕੁਝ ਕਰ ਦੇਵਾਂਗਾ, ਪ੍ਰਕਾਸ਼ ਨਹੀਂ ਕਰ ਸਕਦਾ। ਤੇਜ਼ ਹਨੇਰੀ ਅੱਗੇ ਜੇ ਵਾਵਰੋਲਾ ਆਖੇ ਵੀ ਮੈਂ ਆਪਣਾ ਜਲਵਾ ਦਿਖਾ ਲਵਾਂ, ਨਹੀਂ ਦਿਖਾ ਸਕਦਾ। ਵੇ ਕਹਿੰਦਾ ਮੈਂ ਤੇ ਉਹ ਵਾਵਰੋਲੇ ਅਤੇ ਟਟਹਿਣੇ ਵਾਂਗ ਹਾਂ। ਇੱਕ ਤਰੀਕਾ ਹੈ ਵੀ ਬਚਨਾਂ ਨਾਲ ਇਹਨੂੰ ਹਰਾ ਸਕਦਾ। ਗੁਰੂ ਸਾਹਿਬ ਜੀ ਦੇ ਪਾਸ ਆ ਗਿਆ, ਕਹਿੰਦਾ ਵੀ ਤੁਸਾਂ ਨੇ ਕੀ ਕੁਫਰ ਤੋਲਿਆ ਹਿੰਦੂ ਫਕੀਰੋ। ਤੁਸੀਂ ਕਹਿੰਦੇ ਵੀ 14 ਜਿਹੜੇ ਲੱਖਾਂ ਪਤਾਲ ਲੱਖਾਂ ਆਕਾਸ਼ ਹੈ, ਸਾਡੇ ਕੁਰਾਨ ਵਿੱਚ ਦੱਸਿਆ ਵੀ 14 ਲੋਕ ਹੈ, 7 ਪਤਾਲ 7 ਆਕਾਸ਼, ਤੁਸੀਂ ਕੀ ਇਹ ਝੂਠ ਬੋਲਦੇ ਹੋ। ਫਿਰ ਤੁਸਾਂ ਨੇ ਰਾਗ ਵਿੱਚ ਕਾਹਨੂੰ ਗਾਇਨ ਕੀਤਾ, ਤੇ ਰਾਗ ਚੰਚਲ ਕਰਦਾ ਮਨ, ਵਿਸ਼ਿਆਂ ਵਿੱਚ ਲਾਉਂਦਾ ਹੈ। ਗੁਰੂ ਸਾਹਿਬ ਜੀ ਨੇ ਫਿਰ ਇਸ ਦਸਤਗੀਰ ਪੀਰ ਨੂੰ ਕਿਹਾ ਵੀ ਜਿਸ ਰਾਗ ਨੂੰ ਤੂੰ ਮਾੜਾ ਕਹਿੰਦਾ, ਨਿੰਦਿਆ ਕਰਦਾ, ਉਹਦੇ ਰਾਗ ਬਹੁਤ ਮਹਾਨ ਹੈ। ਜਿਹੜੇ ਰਾਗ ਵਾਹਿਗੁਰੂ ਦੀ ਸਿਫਤ ਸਲਾਹ ਰਾਗਾਂ ਵਿੱਚ ਪਾ ਕੇ ਗਾਉਂਦੇ ਹੈ, ਕਰਦੇ ਹੈ, ਉਹਨਾਂ ਦਾ ਮਨ ਵਾਹਿਗੁਰੂ ਦੀ ਸਿਫਤ ਵਿੱਚ ਵਸ ਜਾਂਦਾ, ਜਿਸ ਕਰਕੇ ਕਮਾਈ ਕਰਕੇ ਪਰਮੇਸ਼ਰ ਵਿੱਚ ਸਮਾ ਜਾਂਦੇ। ਜਿਨ੍ਹਾਂ ਦੀ ਤੂੰ ਗੱਲ ਕਰਦਾ ਵੀ ਮਨ ਚੰਚਲ ਕਰਦਾ, ਉਹਦੇ ਲੋਕ ਕਾਮ ਚੇਸ਼ਟਾ ਕਰੀੜਾ ਵਾਲੇ ਲੋਕ ਹੈ, ਅਤੇ ਉਹਦੇ ਗੰਦਮੰਦ ਇਹਨਾਂ ਰਾਗਾਂ ਵਿੱਚ ਹੀ ਪਾ ਕੇ ਗਾਉਂਦੇ ਆ, ਜਿਵੇਂ ਆ ਗਾਣੇ ਆਦਿਕ ਹੈਗੇ ਆ। ਅਤੇ ਪੀਰ ਦਸਤਗੀਰ ਜੀ ਉਹ ਨਰਕਾਂ ਨੂੰ ਸਿੱਧੇ ਹੀ ਜਾਣਗੇ। ਇਹ ਰਾਗ ਤਾਂ ਬਹੁਤ ਮਹਾਨ ਹੈ। ਕਲਯੁਗ ਦੇ ਵਿੱਚ ਕੀਰਤਨ ਹੀ ਪ੍ਰਧਾਨ ਹੈ, ਵਾਹਿਗੁਰੂ ਦੀ ਸਿਫਤ ਸਲਾਨਾ। ਇਸ ਕਰਕੇ ਸਾਨੂੰ ਰੀਤੀ ਕਾਇਮ ਕੀਤੀ ਹੈ। ਇਹ ਪ੍ਰਸ਼ਨ ਦਾ ਉੱਤਰ ਦਿੱਤਾ। ਦੂਸਰਾ ਵੀ ਜੋ ਤੂੰ ਕਿਹਾ ਵੀ 14 ਲੋਕ ਹੈ, ਅਸੀਂ ਕਹਿੰਦੇ ਵੀ 14 ਲੋਕ ਜਿਹੜੇ ਤੁਹਾਡੇ ਕੁਰਾਨ ਜਿਹਨੇ ਰਚਨਾ ਕੀਤਾ ਕਰਨਹਾਰ ਹੈ, ਉਹਨੂੰ 14 ਲੋਕਾਂ ਦੀ ਖਬਰ ਹੋਏਗੀ ਤਾਂ ਉਹਨੇ 14 ਲੋਕ ਕਹਿ ਦਿੱਤੇ ਹੈ। ਜਿਨ੍ਹਾਂ ਨੂੰ ਲੱਖਾਂ ਦੀ ਖਬਰ ਉਹਨਾਂ ਲੱਖ ਕਹਿ ਦਿੰਦੇ। ਝੂਠੇ ਦੇ ਵਿੱਚ ਕੋਈ ਨਹੀਂ, ਉਹ ਤਾਂ ਬੇਅੰਤ ਬੇਅੰਤੀ ਹੈ। ਓੜ ਕੋੜ ਕੇ ਭਾਲ ਥੱਕੇ, ਲੱਭਿਆਂ ਲੱਭਿਆਂ ਵੀ ਥੱਕ ਜਾਈਦਾ ਹੈ, ਪਰ ਅੰਤ ਨਹੀਂ ਹੈ। ਪਤਾਲਾਂ ਆਕਾਸ਼ਾਂ ਦਾ ਬੇਅੰਤ ਹਨ। ਇਵੇਂ ਜਦੋਂ ਸਾਧ ਸੰਗਤ ਜੀ ਦਸਤਗੀਰ ਪੀਰ ਨੂੰ ਕਿਹਾ, ਇਹਦੇ ਮੰਨਣ ਵਿੱਚ ਗੱਲ ਨਹੀਂ ਆਈ। ਕਹਿੰਦਾ ਵੀ ਮੈਂ ਕਹੇ ਤੇ ਨਹੀਂ ਮੰਨਦਾ, ਦਿਖਾਓ ਆਪ। ਗੁਰੂ ਸਾਹਿਬ ਜੀ ਕਹਿੰਦੇ ਵੀ ਹੈਗੇ ਆ, ਦਿਖਾ ਦਿੰਦੇ ਆ, ਚਲੋ। ਫਿਰ ਕਹਿੰਦਾ ਜੀ ਮੈਂ ਤਾਂ ਬਜ਼ੁਰਗ ਹਾਂ, ਤੁਸੀਂ ਮੇਰੇ ਚੇਲੇ ਸੇਵਕ ਪੁੱਤਰ ਨੂੰ ਲੈ ਜਾਓ, ਇਹਨੂੰ ਦਿਖਾ ਦਿਓ, ਫਿਰ ਮੰਨਾਂਗਾ। ਫਿਰ ਜਿਵੇਂ ਗੁਰੂ ਸਾਹਿਬ ਜੀ ਨੇ ਦਸਤਗੀਰ ਪੁੱਤਰ ਦੇ ਪੁੱਤਰ ਕਹਿ ਲਓ, ਚੇਲਾ ਮਰੀਦ ਦਾ ਹੱਥ ਫੜਿਆ ਹੈ, ਉਸੇ ਵੇਲੇ ਗੁਰੂ ਸਾਹਿਬ ਜੀ ਨੇ ਹੱਥ ਫੜ ਕੇ ਕਿਹਾ ਵੀ ਹੁਣ ਤੂੰ ਵੀ ਨੇਤਰ ਬੰਦ ਕਰ ਲਾ, ਅਤੇ ਜੋ ਲੱਖਾਂ ਬਤਾਲ ਜਿੰਨੇ ਆਕਾਸ਼ ਦੇਖਣੇ ਚਾਹੁੰਦੇ ਤੇ ਉਹ ਦੇਖ ਲਾ। ਇਵੇਂ ਗੁਰੂ ਸਾਹਿਬ ਜੀ ਕਹਿ ਕੇ ਜਦੋਂ ਫਿਰ ਚੱਲਣ ਲੱਗੇ, ਅਤੇ ਉਹ ਪ੍ਰਸੰਗ ਅੱਜ ਇਹ ਆ ਰਿਹਾ, ਜਿਵੇਂ 14 ਲੋਕ ਮਹਾਰਾਜ ਜੀ ਨੇ ਦਿਖਾਏ ਹੈ। ਜਿਵੇਂ ਇਹ 14 ਮੰਨਦੇ ਸੀ, ਗੁਰੂ ਜੀ ਨੇ ਲੱਖਾਂ ਪਤਾਲ ਆਕਾਸ਼ ਦਰਸ਼ਨ ਕਰਾਏ। ਕੜਾਹ ਪ੍ਰਸ਼ਾਦੀ ਦੇਗ ਲਿਆ ਕੇ ਅਤੇ ਦਸਤਗੀਰ ਪੀਰ ਨੂੰ ਛਕਾਈ, ਹੋਰ ਵੀ ਸਾਰਿਆਂ ਨੂੰ।
ਉਹ ਪ੍ਰਸੰਗ ਦੀ ਵਿਸਥਾਰ ਨਾਲ ਆ ਰਿਹਾ। ਜਿਵੇਂ ਵੀ ਕਥਾ ਵਿਚਾਰ ਆਉਂਦੀ ਹੈ, ਆਓ ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੁੰਦਰਤ ਨਾਨਕੀਏ ਤਿਨ ਜਪਹਿ। ਜਦੋਂ ਗੁਰੂ ਸਾਹਿਬ ਜੀ ਨੇ ਆਗਿਆ ਕੀਤੀ ਵੀ ਹੁਣ ਤੁਸੀਂ ਨੇਤਰ ਬੰਦ ਕਰ ਲਓ, ਇਹ ਦਸਤਗੀਰ ਦੇ ਪੁੱਤਰ ਨੇ ਜਦੋਂ ਹੀ ਕਹਿੰਦੇ ਨੇਤਰ ਬੰਦ ਕੀਤੇ ਐ। ਅਪਰ ਆਕਾਸ ਦਿਖਾਇਓ ਤਬਹੀ। ਹੋਰ ਜਿਹੜਾ ਆਕਾਸ਼ ਹੈ ਸਤਿਗੁਰੂ ਜੀ ਨੇ ਤਦੋਂ ਹੀ ਇਹਨੂੰ ਦਿਖਾ ਦਿੱਤਾ ਹੈ। ਕਿਤਕ ਦਿਵਸ ਤਿਹ ਬੀਚ ਬਿਹਾਰੇ। ਉਸ ਆਕਾਸ਼ ਦੇ ਵਿੱਚ ਗੁਰੂ ਸਾਹਿਬ ਜੀ ਕਿੰਨੇ ਦਿਨ ਇੱਧਰ ਉੱਧਰ ਵਿਚਰਦੇ ਰਹੇ ਹੈ, ਤੁਰਦੇ ਫਿਰਦੇ ਰਹੇ, ਦੇਖਦੇ ਰਹੇ। ਬਾਹਰ ਔਰ ਨਭ ਮਾਹੇ ਪਧਾਰੇ। ਉਹ ਪਹਿਲੇ ਆਕਾਸ਼ ਵਿੱਚ ਵਿਚਰ ਕੇ ਸਤਿਗੁਰੂ ਜੀ ਫਿਰ ਹੋਰ ਜਿਹੜੇ ਆਕਾਸ਼ ਹੈ ਉਹਨਾਂ ਵਿੱਚ ਚਲੇ ਗਏ। ਤਿਹ ਕੋ ਦੇਖ ਕਿਤਕ ਦਿਨ ਮਾਹੀ। ਕਿੰਨੇ ਦਿਨ ਉਸ ਆਕਾਸ਼ ਨੂੰ ਵੀ ਦੇਖ ਕੇ ਮਾਰੇ, ਕਿੰਨੇ ਦਿਨਾਂ ਵਿੱਚ ਹੀ ਆਨ ਆਕਾਸ ਬਿਖਾਪਨ ਜਾਹੀ। ਜਿੱਥੇ ਕਹਿੰਦੇ ਹੋਰ ਆਕਾਸ਼ ਸੀ, ਇਸ ਨੂੰ ਛੱਡ ਕੇ ਦੂਸਰੇ ਆਕਾਸ਼ ਵਿੱਚ ਜਾ ਕੇ ਮਹਾਰਾਜ ਨੇ ਆਕਾਸ਼ ਇਸ ਪੀਰ ਦੇ ਬੱਚੇ ਨੂੰ ਦਿਖਾਇਆ ਤੇ ਆਪ ਵੀ ਮਹਾਰਾਜ ਦੇਖ ਰਹੇ ਹਨ। ਇਸ ਬਿਦ ਸਾਂ ਬਹੁ ਬਰਖ ਬਿਤਾਏ। ਇਸ ਤਰ੍ਹਾਂ ਆਕਾਸ਼ਾਂ ਦੀਆਂ ਯਾਤਰਾ ਕਰਦਿਆਂ ਕਰਦਿਆਂ ਗੁਰੂ ਸਾਹਿਬ ਜੀ ਨੇ ਬਹੁਤ ਹੀ ਸਾਲ ਬਿਤਾ ਲੰਘਾ ਦਿੱਤੇ। ਲੱਖ ਆਕਾਸ ਤਾਹੇ ਦਿਖਰਾਏ। ਗੁਰੂ ਸਾਹਿਬ ਜੀ ਨੇ ਦਸਤਗੀਰ ਦੇ ਪੁੱਤਰ ਨੂੰ ਲੱਖਾਂ ਹੀ ਆਕਾਸ਼ ਦਿਖਾਏ ਸਤਿਗੁਰਾਂ ਨੇ। ਬਾਹਰ ਗਏ ਪਤਾਲਨ ਮਾਹੀ। ਫਿਰ ਮਹਾਰਾਜ ਆਕਾਸ਼ ਉਤਲੇ ਦਿਖਾ ਕੇ ਜਿਹੜੇ ਧਰਤੀ ਦੇ ਹੇਠਾਂ ਪਤਾਲ ਹੈ, ਲੱਖਾਂ ਪਤਾਲਾਂ ਵਿੱਚ ਮਹਾਰਾਜ ਚਲੇ ਗਏ। ਪ੍ਰਿਥਮੇ ਏਕ ਦਿਖਾਵਾ ਤਾਹੀ। ਗੁਰੂ ਸਾਹਿਬ ਜੀ ਨੇ ਪਹਿਲਾ ਜੋ ਇੱਕ ਪਤਾਲ ਹੈ ਉਹ ਦਿਖਾਇਆ ਦਸਤਗੀਰ ਦੇ ਪੁੱਤਰ ਨੂੰ। ਕਿਤਕ ਦਿਨ ਨਾਲੋ ਫਿਰ ਕਰ ਸਾਰੇ। ਕਿੰਨੇ ਕੁ ਦਿਨ ਗੁਰੂ ਸਾਹਿਬ ਜੀ ਉਸ ਪਤਾਲ ਦੇ ਵਿੱਚ ਸਾਰੇ ਥਾਈਂ ਫਿਰ ਕਰਕੇ ਬਾਹਰ ਦਤੀय ਪਤਾਲ ਪਧਾਰੇ। ਉਸ ਪਤਾਲ ਨੂੰ ਛੱਡ ਕੇ ਦੂਸਰੇ ਪਤਾਲ ਵਿੱਚ ਚਲੇ ਗਏ। ਸੋ ਨੀਕੀ ਬਿਦ ਦੀਨ ਦਿਖਾਈ। ਮਹਾਰਾਜ ਜੀ ਨੇ ਉਹ ਦੂਸਰਾ ਪਤਾਲ ਵੀ ਚੰਗੀ ਤਰ੍ਹਾਂ ਹੀ ਇਸ ਦਸਤਗੀਰ ਦੇ ਪੁੱਤਰ ਨੂੰ ਦਿਖਾ ਦਿੱਤਾ ਹੈ। ਪਨ ਤੀਜੇ ਮਹਿੰਗੇ ਜਪ ਸਾਈ। ਫਿਰ ਮਹਾਰਾਜ ਜਦੋਂ ਤੀਸਰੇ ਪਤਾਲ ਵਿੱਚ ਗਏ ਸੰਸਾਰ ਦੇ ਸਾਈਂ ਮਾਲਕ। ਇਸ ਬਿਦ ਸਾਂਝੇ ਲੱਖ ਪਤਾਲਾ। ਇਸ ਤਰ੍ਹਾਂ ਨਾਲ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਇਸ ਤਰ੍ਹਾਂ ਨਾਲ ਜਿਹੜੇ ਲੱਖਾਂ ਹੀ ਪਤਾਲ ਸਨ ਸਰਬ ਦਿਖਾਏ ਤਾਹੇ ਕਿਰਪਾਲਾ। ਕਿਰਪਾਲੂ ਦਿਆਲੂ ਸਤਿਗੁਰੂ ਜੀ ਨੇ ਸਾਰੇ ਪਤਾਲ ਲੱਖਾਂ ਦੀ ਤਾਦਾਦ ਨਾਲ ਹੀ ਦਸਤਗੀਰ ਦੇ ਪੀਰ ਦੇ ਬੱਚੇ ਨੂੰ ਦਿਖਾਏ ਹੈ। ਬਹੁਤ ਬਰਖ ਲਗ ਕਾਲ ਬਿਤਾਇਓ। ਇਵੇਂ ਦਰਸ਼ਨ ਕਰਾਉਂਦਿਆਂ ਕਰਾਉਂਦਿਆਂ ਲੱਖਾਂ ਪਤਾਲਾਂ ਆਕਾਸ਼ਾਂ ਦੇ ਉੱਥੇ ਬਹੁਤ ਹੀ ਸਮਾਂ ਬਿਤਾਇਆ, ਲੰਘਾਇਆ ਸਤਿਗੁਰੂ ਜੀ ਨੇ। ਵਿਚਰਤ ਪੀਰ ਤਾਤ ਅਕਲਾਇਓ। ਐਵੇਂ ਵਿਚਰਦਿਆਂ ਵਿਚਰਦਿਆਂ ਦੇਖਦਿਆਂ ਦੇਖਦਿਆਂ ਪਤਾਲ ਆਕਾਸ਼ਾਂ ਨੂੰ ਦਸਤਗੀਰ ਪੀਰ ਦਾ ਜਿਹੜਾ ਬੱਚਾ ਪੁੱਤਰ ਹੈ ਉਹ ਬੜਾ ਅਕਲਾਇਆ, ਘਬਰਾਇਆ ਹੈ, ਵਿਆਕੁਲ ਜਿਹਾ ਹੋ ਗਿਆ। ਹੱਥ ਬੰਦ ਕਾ ਗੁਰੂ ਅਗਾਰੀ। ਅਖੀਰੀ ਦੋਵੇਂ ਹੱਥ ਜੋੜ ਕੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਹੋਏ ਅਧੀਨਾ ਬਹੁ ਬਿਨਾ ਉਚਾਰੀ। ਬਹੁਤ ਆਏ ਨਿਮਾਣਾ ਅਧੀਨ ਗਰੀਬੜਿਆ ਜਿਹਾ ਹੋ ਕੇ
ਬਹੁਤੀਆਂ ਬੇਨਤੀਆਂ ਉਚਾਰ ਕੇ ਕਹੀਆਂ। ਅੰਤ ਨਾ ਆਵਤ ਗਾਨ ਪਤਾਲਾ। ਹੈ ਗੁਰੂ ਨਾਨਕ ਸਾਹਿਬ ਜੀ, ਇਹ ਜਿਹੜੇ ਪਤਾਲ ਤੇ ਆਕਾਸ਼ ਹੈ, ਇਹਨਾਂ ਦਾ ਤੇ ਅੰਤ ਹੀ ਨਹੀਂ ਆ ਰਿਹਾ। ਵਿਚਰਤ ਬੀਤ ਗਇਓ ਚਿਰ ਕਾਲਾ। ਵੇਖ ਲੋ ਸਾਨੂੰ ਕਿੰਨਾ ਸਮਾਂ, ਲੰਬਾ ਹੀ ਸਮਾਂ ਇਹਨਾਂ ਆਕਾਸ਼ਾਂ ਪਤਾਲਾਂ ਵਿੱਚ ਵਿਚਰਦਿਆਂ ਬੀਤ ਗਿਆ, ਲੰਘ ਗਿਆ ਹੈ। ਚਲੋ ਆਪਣੇ ਅਬ ਅਸਥਾਨਾ। ਹੁਣ ਤੁਸੀਂ ਕਿਰਪਾ ਕਰੋ, ਕਰੀਮਤਾ ਕਰੋ, ਕਿਰਪਾਲਤਾ ਵਿੱਚ ਆਓ। ਜਿਹੜਾ ਹੁਣ ਅਸਥਾਨ ਹੈ ਆਪਣਾ ਭਾਵ ਬਗਦਾਦ ਹੈ, ਉੱਥੇ ਮੈਨੂੰ ਲੈ ਚੱਲੋ। ਤੁਮ ਖੁਦਾਏ ਹਾਂ ਲਖਾਂ ਨਾ ਆਨਾ। ਮੈਂ ਜਾਣ ਲਿਆ ਵੀ ਤੁਸੀਂ ਆਪ ਹੀ ਖੁਦਾ ਹੋ, ਮੈਂ ਤੁਹਾਨੂੰ ਹੋਰ ਕੋਈ ਨਹੀਂ ਜਾਣਿਆ ਆਪ ਜੀ ਦੇ ਬਰਾਬਰ। ਸਨਕਾ ਸ੍ਰੀ ਗੁਰ ਗਿਰਾ ਉਚਾਰੀ। ਮੈਂ ਹਾਂ ਲਖ ਹੋ ਨਾ ਆਨਾ, ਮੈਂ ਕਹਿੰਦੇ ਵੀ ਹੋਰ ਨਹੀਂ ਕਿਸੇ ਨੂੰ ਜਾਣਿਆ, ਆਪ ਹੀ ਖੁਦਾ ਹੋ ਤੁਸੀਂ। ਸਨਕਾ ਸ੍ਰੀ ਗੁਰ ਗਿਰਾ ਉਚਾਰੀ। ਦਸਤਗੀਰ ਪੀਰ ਦੇ ਬੱਚੇ ਤੋਂ ਸੁਣ ਕੇ ਸਤਿਗੁਰੂ ਜੀ ਨੇ ਬਾਣੀ ਬਚਨ ਕਿਹਾ। ਜੇ ਕਿਛ ਚਾਹੋ ਹਿਰਦਾ ਮਝਾਰੀ। ਮਹਾਰਾਜ ਕਹਿੰਦੇ ਵੀ ਵੇਖੋ, ਜੇ ਤੁਹਾਡੇ ਕੁਝ ਹਿਰਦੇ ਵਿੱਚ ਹੋਰ ਚਾਹਨਾ ਹੈਗੀ ਹੈ ਵੀ ਹੋਰ ਪਤਾਲ ਆਕਾਸ਼ ਦੇਖਣੇ ਐ, ਦੇਖੋ ਔਰ ਆਕਾਸ਼ ਪਤਾਲਾ। ਆਕਾਸ਼ ਪਤਾਲ ਹੋਰ ਹੈਗੇ ਆ, ਤੁਸੀਂ ਹੋਰ ਵੀ ਦੇਖ ਲਓ। ਅੰਤ ਨਹੀਂ ਕਛ ਰਹੇ ਵਿਸਾਲਾ। ਕਿਉਂਕਿ ਇਹਨਾਂ ਪਤਾਲਾਂ ਆਕਾਸ਼ਾਂ ਦਾ ਅੰਤ ਨਹੀਂ ਹੈ, ਨਾ ਉਸ ਇਹਨਾਂ ਨੂੰ ਬਣਾਉਣ ਵਾਲੇ ਦਾ ਅੰਤ ਹੈ, ਨਾ ਇਹਨਾਂ ਪਤਾਲਾਂ ਆਕਾਸ਼ਾਂ ਦਾ ਹੀ ਅੰਤ ਹੈ। ਅਜੇ ਤੇ ਬਹੁਤ ਦੇਖਣ ਵਾਲੇ ਰਹਿ ਗਏ ਬੇਅੰਤ ਬੇਅੰਤ। ਜੇਕਰ ਅਕਲਾਵਾ ਚਿਤ ਤੋਰਾ। ਚਲੋ ਵੀ ਜੇਕਰ ਤੇਰਾ ਚਿੱਤ ਜਿਹੜਾ ਅਵਿਆਕਲ ਹੋ ਗਿਆ, ਘਬਰਾ ਗਿਆ ਹੈ, ਚੱਲਿਓ ਚਾਹਤ ਹੈ ਆਪਣੇ ਠੋਰਾ। ਤੇ ਤੁਸੀਂ ਆਪਣੇ ਥਾਂ ਭਾਵ ਬਗਦਾਦ ਆਪਣੇ ਪਿਤਾ ਪੀਰ ਕੋ ਚੱਲਿਆ ਚਾਹੁੰਦੇ ਹੋ। ਤਬ ਪਿਤ ਨਿਸ਼ਚਾ ਆਵਹਿ ਜਾਸੇ। ਜਿਸ ਤਰ੍ਹਾਂ ਤੁਹਾਡੇ ਪਿਤਾ ਨੂੰ ਵੀ ਹਿਰਦੇ ਵਿੱਚ ਨਿਸ਼ਚਾ ਯਕੀਨ ਆਵੇ। ਕਾਰਜ ਕਰਹੁ ਆਪ ਅਬਦਾਸੇ। ਹੁਣ ਤੁਸੀਂ ਉਸੇ ਤਰ੍ਹਾਂ ਹੀ ਕੰਮ ਕਾਰ ਕਰੋ, ਉਹੀ ਕਾਰਜ ਕਰੋ ਜਿਸ ਕਰਕੇ ਤੁਹਾਡੇ ਪਿਤਾ ਨੂੰ ਵੀ ਭਰੋਸਾ ਆ ਜਾਏ। ਸੰਗਤ ਮਹਿ ਪੰਚਾਮਿਤ ਹੋਈ। ਕਿਉਂਕਿ ਇੱਥੇ ਸਾਰੇ ਪਤਾਲਾਂ ਆਕਾਸ਼ਾਂ ਵਿੱਚ ਸਾਡੀ ਸੰਗਤ ਹੈ, ਤੇ ਉਹ ਸੰਗਤ ਵਿੱਚ ਵੀ ਜਿਹੜੀ ਪੰਚਾਮ੍ਰਿਤ ਕੜਾ ਪ੍ਰਸ਼ਾਦੀ ਦੇਗ ਹੋਈ ਹੈ, ਹੋ ਰਹੀ ਹੈ, ਤਹ ਤੇ ਲੈ ਕਰ ਚੱਲੀਏ ਸੋਈ। ਉਹ ਕੜਾ ਪ੍ਰਸ਼ਾਦੀ ਪੰਚਾਮ੍ਰਿਤ ਦੇਗ ਉਹ ਸੰਗਤ ਵਿੱਚੋਂ ਲੈ ਕੇ ਬਗਦਾਦ ਚੱਲੀਏ। ਆਸ ਕਹਿ ਗਏ ਜਹਾਂ ਸਤ ਸੰਗਤ। ਇਸ ਤਰ੍ਹਾਂ ਕਹਿ ਕੇ ਮਹਾਰਾਜ ਗਏ ਹੈ ਜਿੱਥੇ ਸਤਿਗੁਰੂ ਜੀ ਦੀ ਬੜੀ ਸਤ ਸੰਗਤ ਭਾਰੀ ਲੱਗੀ ਹੋਈ ਹੈ। ਬੈਠੀ ਸੰਤਨ ਕੀ ਸਭ ਪੰਗਤ। ਜਿਹੜੀ ਚੰਗੀ ਪੰਗਤ, ਜਿਹੜੀ ਪੰਗਤ ਹੈ, ਸੰਗਤ ਹੈ, ਸੰਤਾਂ ਸਾਧੂਆਂ ਦੀ ਬੈਠੀ ਹੋਈ ਹੈ, ਬਹੁਤੀ ਬਹੁਤੀ। ਸ੍ਰੀ ਗੁਰ ਕੋ ਅਵਲੋਕਾ ਜਬ ਹੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਦੋਂ ਹੀ ਉਹ ਸੰਤਾਂ ਸਾਧੂਆਂ ਨੇ ਸੰਗਤ ਵਿੱਚ ਬੈਠੇ ਹੋਇਆਂ ਨੇ ਦੇਖਿਆ ਹੈ, ਔਰ ਭਰ ਹਰਖ ਉੱਠੇ ਸਭ ਤਬ ਹੀ। ਜਿਹਦੇ ਵਿੱਚ ਖੁਸ਼ੀ ਨਾਲ ਭਰੇ ਹੋਏ ਸਾਰੇ ਤਦੋਂ ਹੱਥ ਜੋੜ ਕੇ ਖੜੇ ਹੋ ਉੱਠੇ ਐ। ਪਦ ਪੰਕਜ ਪਰ ਬੰਧਨ ਧਾਰੀ। ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਉੱਪਰ ਆਣ ਆਣ ਕੇ ਸਭ ਨੇ ਬੰਦਨਾ ਧਾਰੀ ਹੈ, ਮੱਥੇ ਟੇਕ ਰਹੇ ਐ। ਬੈਠਾਰੇ ਪੁਨ ਸਭਾ ਮਝਾਰੀ। ਫਿਰ ਬੜੇ ਸਤਿਕਾਰ ਨਾਲ ਸਤਿਗੁਰੂ ਜੀ ਦੇ ਪੀਰ ਦੇ ਬੱਚੇ ਨੂੰ ਸਭਾ ਕਹੀਏ ਸਾਰੀ ਸੰਗਤ ਦੇ ਵਿਚਕਾਰ ਬਿਠਾ ਲਿਆ ਹੈ। ਦੀਪ ਬਾਰ ਆਰਤੀ ਉਤਾਰੀ। ਗੁਰੂ ਸਾਹਿਬ ਜੀ ਨੂੰ ਸੰਗਤ ਦੇ ਵਿਚਕਾਰ ਬਿਠਾ ਕੇ ਪੂਜਨੀਕ ਕਰਕੇ ਉੱਚੇ ਸਥਾਨ ਤੇ ਬਿਠਾ ਕੇ ਇਹ ਸਾਧੂਆਂ ਸੰਤਾਂ ਨੇ ਦੀਵੇ ਬਾਲ ਕੇ ਆਰਤੀ ਉਤਾਰੀ ਮਹਾਰਾਜ ਜੀ ਦੀ। ਪੂਜਨ ਕੀਨ ਪ੍ਰਸ਼ੰਸ ਉਚਾਰੀ। ਤੇ ਬੜੀ ਸਤਿਗੁਰੂ ਜੀ ਨੂੰ ਬੜੀ ਭਾਵਨਾ ਨਾਲ ਪੂਜਣਾ ਮਨਾਉਣਾ ਕੀਤਾ, ਬਹੁਤ ਪ੍ਰਸ਼ੰਸਾ ਵਡਿਆਈ ਉਚਾਰੀ, ਕਹੀ ਮਹਿਮਾ ਕਹੀ ਹੈ। ਕਰ ਪੰਚਾਮ੍ਰਿਤ ਕੋ ਭਲ ਰੀਤੀ। ਫਿਰ ਚੰਗੀ ਰੀਤੀ ਮਰਿਆਦਾ ਨਾਲ ਕੜਾ ਪ੍ਰਸ਼ਾਦੀ ਦੇਗ ਕਰਕੇ ਕੀ ਅਰਦਾਸ ਖਰੇ ਯਤ ਪ੍ਰੀਤੀ। ਬੜੀ ਪ੍ਰੀਤੀ ਦੇ ਸਹਿਤ ਖੜਿਆਂ ਹੋ ਕੇ
ਸਤਿਗੁਰ ਜੀ ਦੇ ਸਨਮੁਖ ਹੋ ਕੇ ਅਰਦਾਸ ਕੀਤੀ ਹੈ। ਬਹਰ ਬਾਟ ਦੀਨ ਸਭ ਤਾਈ। ਫਿਰ ਸਾਰਿਆਂ ਦੇ ਤਾਈਂ ਜਿਹੜੀ ਹੈ ਵੰਡ ਦਿੱਤੀ ਹੈ ਕੜਾਹ ਪ੍ਰਸ਼ਾਦੀ ਦੇਗ। ਲੀਨ ਪੀਰ ਸਤ ਹਰਖ ਵਡਾਈ। ਐਵੇਂ ਪੀਰ ਦੇ ਪੁੱਤਰ ਨੇ ਵੀ ਲੈ ਲਈ ਹੈ ਬਹੁਤੀ ਖੁਸ਼ੀ ਵਧਾ ਕੇ ਕੜਾਹ ਪ੍ਰਸ਼ਾਦੀ ਦੇਗ। ਇਸ ਬਿਦ ਬਹੁ ਸੰਗਤ ਕੇ ਮਾਹੀ। ਇਸ ਤਰ੍ਹਾਂ ਬਹੁਤ ਹੀ ਸੰਗਤ ਦੇ ਵਿੱਚ ਫਿਰੇ ਪ੍ਰਭੂ ਦਿਖਰਾਈ ਤਾਹੀ। ਉੱਥੇ ਜਿਹੜੀ ਬਹੁਤ ਹੀ ਸੰਗਤ ਹੈ ਨਾ ਥਾਂ ਥਾਂ ਦੇ ਉੱਪਰ ਗੁਰੂ ਸਾਹਿਬ ਜੀ ਫਿਰੇ ਆ ਚੱਕਰ ਲਾਏ ਆ। ਇਹ ਪੀਰ ਦੇ ਪੁੱਤਰ ਨੂੰ ਵੀ ਦਿਖਾਈ ਹੈ ਥਾਂ ਥਾਂ ਗੁਰੂ ਸਾਹਿਬ ਜੀ ਦੀ ਸੰਗਤ ਹੈ। ਜਬ ਕਚ ਕੌਲ ਪੂਰ ਤਹਲੀਨਾ। ਉਸ ਪੀਰ ਦੇ ਲੜਕੇ ਨੇ ਜਦੋਂ ਕਹਿੰਦੇ ਕਚਕੌਲ ਠੂਠਾ ਬਾਟਾ ਪੂਰਾ ਭਰ ਲਿਆ ਕੜਾਹ ਪ੍ਰਸ਼ਾਦੀ ਦੇਗ ਨਾਲ। ਸ੍ਰੀ ਗੁਰ ਬਹਰ ਪਿਆਨਾ ਕੀਨਾ। ਗੁਰੂ ਸਾਹਿਬ ਜੀ ਉੱਥੇ ਸਾਰੀ ਸੰਗਤ ਨੂੰ ਆਸ਼ੀਰਵਾਦ ਦੇ ਕੇ ਤੇ ਉੱਥੋਂ ਚੱਲਣਾ ਕੀਤਾ ਬਗਦਾਦ ਨੂੰ। ਤਬ ਬਗਦਾਦ ਦੇਸ ਮਹਿ ਆਏ। ਅਗੰਮੀ ਸ਼ਕਤੀ ਨਾਲ ਹੀ ਮਾਰੇ ਪਤਾਲਾਂ ਆਕਾਸ਼ਾਂ ਵਿੱਚੋਂ ਬੜੀ ਖਿਨ ਅੱਖ ਦੇ ਝਮੱਕੇ ਮਾਤਰੀ ਬਗਦਾਦ ਦੇਸ਼ ਵਿੱਚ ਆਏ ਹੈ। ਹੁਤੋ ਪੀਰ ਬੈਠਿਓ ਜਿਹ ਥਾਏ। ਜਿਸ ਥਾਂ ਤੇ ਦਸਤਗੀਰ ਪੀਰ ਆਪਣੀ ਸਿੱਖ ਸੇਵਕਾਂ ਲੋਕਾਂ ਵਿੱਚ ਨਾਲ ਬੈਠਿਆ ਹੋਇਆ ਸੀ। ਦੂਜਨ ਕੀਨ ਪੀਰ ਸਤ ਤਾਈ। ਉਦੋਂ ਦਸਤਗੀਰ ਪੀਰ ਨੇ ਆਪਣੇ ਪੁੱਤਰ ਦੇ ਤਾਈਂ ਪੁੱਛਣਾ ਕੀਤਾ। ਲੱਖ ਪਤਾਲ ਨਭ ਦੇਖੇ ਜਾਈ। ਇਹ ਪੁੱਤਰ ਲੱਖਾਂ ਪਤਾਲ ਲੱਖਾਂ ਆਕਾਸ਼ ਤੂੰ ਜਾ ਦੇਖੇ ਐ। ਕੈ ਫਕੀਰ ਨ ਝੂਠ ਲਾਏ। ਅਥਵਾ ਜਾਂ ਇਸ ਹਿੰਦੂ ਫਕੀਰ ਨੇ ਐਵੇਂ ਝੂਠ ਕੁਫਰੀ ਕਿਹਾ ਹੋਇਆ ਹੈ। ਹਟ ਕਾ ਤੋਰਨ ਤੁਮ ਚਲ ਆਏ। ਕਿਉਂਕਿ ਪੁੱਤਰ ਜੀ ਤੁਸੀਂ ਤੇ ਆ ਕੁਝ ਵੀ ਸਮਾਂ ਨਹੀਂ ਹੋਇਆ ਮੁੜ ਕੇ ਬੜੀ ਛੇਤੀ ਨਾਲ ਹੀ ਵਾਪਸ ਚੱਲ ਕੇ ਆ ਗਏ ਹੋ। ਬਿਸਮਿਓ ਦਸਤਗੀਰ ਸਤ ਸੁਨ ਕਾ। ਜਦੋਂ ਇਹਦੇ ਪਿਤਾ ਨੇ ਕਿਹਾ ਪੀਰ ਨੇ ਵੀ ਬੜੀ ਛੇਤੀ ਮੁੜ ਕੇ ਆ ਗਏ ਹੋ। ਦਸਤਗੀਰ ਦਾ ਪੁੱਤਰ ਜਿਹੜਾ ਸੁਣ ਕੇ ਬੜਾ ਆਸ਼ਚਰਜ ਹੋਇਆ ਹੈ। ਅਤਸਾ ਅਚਰਜ ਕੋ ਮਨ ਗੁਣ ਕਾ। ਮਨ ਵਿੱਚ ਬੜੇ ਹੀ ਬਹੁਤ ਆਸ਼ਚਰਜ ਹੋ ਕੇ ਦੇ ਮਨ ਵਿੱਚ ਵਿਚਾਰ ਕੇ ਵੀ ਸਾਨੂੰ ਤੇ ਇੰਨਾ ਸਮਾਂ ਹੋ ਗਿਆ। ਪਿਤਾ ਕਹਿੰਦੇ ਵੀ ਮੁੜ ਕੇ ਤੁਸੀਂ ਛੇਤੀ ਨਾਲ ਆ ਗਏ ਹੋ। ਕਹਿਣ ਲੱਗਿਓ ਹੇ ਪਿਤਾ ਸੁਨੀਜਾ। ਕਹਿਣ ਲੱਗਿਆ ਹੈ ਪੁੱਤਰ ਹੇ ਪਿਤਾ ਮੇਰੇ ਪੀਰ ਜੀ ਮੇਰਾ ਬਚਨ ਸੁਣੀਏ। ਇਹੋ ਦਰਵੇਸ਼ ਖੁਦਾਏ ਲਖੀਜਾ। ਇਹ ਜਿਹੜੇ ਦਰਵੇਸ਼ ਹੈ ਨਾ ਸਾਹਮਣੇ ਖੜੇ ਗੁਰੂ ਨਾਨਕ ਸਾਹਿਬ ਤਪਾ ਜੀ ਇਹਨਾਂ ਨੂੰ ਖੁਦਾ ਹੀ ਜਾਣ ਲਈਏ। ਤੁਮ ਤੋ ਕਹਿਓ ਕਿ ਤੂਰਨ ਆਏ। ਆਪ ਤੁਸਾਂ ਨੇ ਕੀ ਕਿਹਾ ਵੀ ਅਸੀਂ ਬੜੀ ਛੇਤੀ ਨਾਲ ਆ ਗਏ ਆ। ਕਿਤੇ ਸਹਸ ਹਮ ਬਰਖ ਬਿਤਾਏ। ਪਿਤਾ ਜੀ ਅਸੀਂ ਤੇ ਕਈ ਹਜ਼ਾਰਾਂ ਹੀ ਸਾਲ ਜਿਹੜੇ ਲੰਘਾਏ ਆ ਕਈ ਸਦੀਆਂ ਲੰਘ ਗਈਆਂ ਸਾਨੂੰ ਉੱਥੇ। ਲੱਖ ਪਤਾਲ ਆਕਾਸ਼ ਦਿਖਾਏ। ਲੱਖਾਂ ਹੀ ਪਤਾਲ ਤੇ ਲੱਖਾਂ ਹੀ ਆਕਾਸ਼ ਦਿਖਾਏ ਇਹਨਾਂ ਨੇ ਸਾਨੂੰ। ਬਾਹਰ ਔਰ ਕਹਾਥ ਨਾ ਆਏ। ਇਹ ਪਿਤਾ ਜੀ ਫਿਰ ਵੀ ਕੋਈ ਕਹਿੰਦੇ ਓੜਕ ਅੰਤ ਨਹੀਂ ਆਇਆ ਵੀ ਹਜੇ ਵੀ ਬਹੁਤ ਆਕਾਸ਼ ਪਤਾਲ ਰਹਿ ਗਏ ਆ ਦੇਖਣ ਵਾਲੇ। ਗਇਓ ਹਾਰ ਅਵਲੋਕਿਓ ਜਬ ਹੀ। ਜਦੋਂ ਮੈਂ ਦੇਖ ਕੇ ਲੱਖਾਂ ਪਤਾਲ ਆਕਾਸ਼ ਤੇ ਹਾਰ ਹੰਬ ਗਿਆ ਸੀ। ਕਹਿ ਕਰ ਮੈਂ ਹਟ ਆਵਾ ਤਬ ਹੀ। ਤਦੋਂ ਹੀ ਮੈਂ ਕਹਿ ਕਰਕੇ ਇਹਨਾਂ ਨੂੰ ਵੀ ਮਹਾਰਾਜ ਖੁਦਾ ਜੀ ਗੁਰੂ ਨਾਨਕ ਸਾਹਿਬ ਜੀ ਹੁਣ ਨਹੀਂ ਮੇਰੇ ਕੋਲ ਦੇਖੇ ਜਾਂਦੇ ਮੈਂ ਤਾਂ ਥੱਕ ਗਿਆ ਬੜੇ ਸਾਲ ਸਦੀਆਂ ਬੀਤ ਗਈਆਂ। ਤਦੋਂ ਮੈਂ ਕਹਿ ਕਰਕੇ ਮੁੜ ਆਇਆ ਹਾਂ। ਜਹਾਂ ਕਹ ਸੰਗਤ ਇਨਕੀ ਦੇਖੀ। ਹੋਰ ਤੇ ਹੋਰ ਕੀ ਪਿਤਾ ਜੀ ਜਿੱਥੇ ਕਿੱਥੇ ਵੀ ਇਹ ਪਤਾਲਾਂ ਆਕਾਸ਼ਾਂ ਵਿੱਚ ਇਹਨਾਂ ਦੀ ਭਾਗ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਸੰਗਤ ਦੇਖੀ ਹੈ। ਪਦ ਪੂਜਹ ਕਰ ਪ੍ਰੀਤ ਵਿਸੇਖੀ। ਬਹੁਤ ਤਗੜੀ ਵਿਸ਼ੇਸ਼ ਕਰਕੇ ਪ੍ਰੀਤੀ ਪ੍ਰੇਮ ਕਰਕੇ ਇਹਨਾਂ ਦੇ ਚਰਨਾਂ ਨੂੰ ਪੂਜ ਰਹੀ ਹੈ ਪੂਜਦੀ ਹੈ। ਦਸਤਗੀਰ ਸਨ ਅਦਭੁਤ ਬਾਣੀ। ਦਸਤਗੀਰ ਪੀਰ ਆਪਣੇ ਪੁੱਤਰ ਤਵੇਂ ਆਸ਼ਚਰਜ
ਅਦਭੁਤੀ ਬਾਣੀ ਬਚਨ ਸੁਣ ਕੇ ਬਿਸਮ ਰਹਿਓ ਕਛ ਜਾਤ ਨਾ ਜਾਣੀ। ਆਸ਼ਚਰਜ ਹੀ ਹੋ ਰਿਹਾ ਵੀ ਕੁਝ ਜਾਣੀ ਨਹੀਂ ਜਾਂਦੀ, ਸਮਝ ਨਹੀਂ ਜਾਣੀ ਪੈਂਦੀ। ਏਠਾ ਘਟਕਾ ਬੀਤੀ ਦੋ। ਇੱਥੇ ਦੇ ਜੇ 2 ਘੜੀਆਂ 48 ਕੁ ਮਿੰਟ ਹੀ ਬੀਤੇ ਲੰਗੇ ਐ। ਬੈਠੇ ਰਹੇ ਉਠੇ ਨਹਿ ਕੋ। ਤੇ ਇੱਥੇ ਹੀ ਸਾਰੇ ਬੈਠੇ ਰਹੇ ਐ, ਸਾਰੇ ਸ਼ਹਿਰ ਦੇ ਮੈਂ ਵੀ ਉੱਠਿਆ ਨਹੀਂ ਹੈ ਕੋਈ। ਬਰਖ ਅਗਨ ਇਹ ਕਹਿਤ ਬਿਤਾਏ। ਇਹਨੇ ਜਿਹੜੇ ਐ ਬਰਖ ਅਗਨ ਵੀ ਇਹਨੇ ਅਣਗਿਣਤੀ ਜਿਹੜੇ ਐ ਸਾਲ ਕਹਿ ਕੇ ਦੱਸ ਦਿੱਤੇ ਵੀ ਸਾਨੂੰ ਅਣਗਿਣਤੀ ਸਾਲ ਹੋ ਗਏ ਗਿਆ ਨੂੰ। ਲੱਖ ਪਤਾਲ ਆਕਾਸ਼ ਦਿਖਾਏ। ਲੱਖਾਂ ਜਿਹੜੇ ਪਤਾਲ ਤੇ ਆਕਾਸ਼ ਦਿਖਾਏ ਐ ਮੈਨੂੰ। ਸਭ ਬਿਦ ਲਖ ਕੈ ਬਾਤ ਸੰਭਾ। ਐਵੇਂ ਜਿਹੜਾ ਬੜਾ ਆਸ਼ਚਰਜ ਹੋਇਆ ਵੀ ਇਹ ਥਾਂ ਦੇ ਲਈ 2 ਘੜੀਆਂ ਬੀਤੀਆਂ ਤੇ ਇਹ ਕਹਿ ਰਹੇ ਵੀ ਲੱਖਾਂ ਸਾਲ ਸਦੀਆਂ ਹੀ ਬੀਤ ਗਈਆਂ। ਐਵੇਂ ਦਸਤਗੀਰ ਪੀਰ ਤੇ ਹੁਣ ਬਹੁਤ ਗਿਆਨੀ ਸੀ, ਜਿਹੜੇ ਬਹੁਤ ਤਾਕਤ ਵਾਲੇ ਹੋ ਜਾਂਦੇ, ਉਹਨਾਂ ਨੂੰ ਸਮੇਂ ਦਾ ਪਤਾ ਨਹੀਂ ਲੱਗਦਾ। ਯੁੱਗ ਵੀ ਬੀਤ ਜਾਣ ਤੇ ਉਹਨਾਂ ਨੂੰ ਐਵੇਂ ਲੱਗਦਾ ਜਿਵੇਂ ਹਜੇ ਇਹ ਆ ਕੋਈ ਸੈਕਿੰਡ ਵੀ ਨਹੀਂ ਬੀਤਿਆ ਹੁੰਦਾ, ਅੱਖ ਦਾ ਝਮੱਕੇ ਮਾਤਰ ਸਮਾਂ ਨਹੀਂ ਬੀਤਿਆ। ਹਜੇ ਪੁੱਤਰ ਦੀ ਅਵਸਥਾ ਨਹੀਂ ਸੀ, ਜਿਸ ਕਰਕੇ ਉਹਨੂੰ ਲੱਖਾਂ ਹੀ ਹਜ਼ਾਰਾਂ ਸਾਲ ਹੀ ਬੀਤ ਗਏ। ਇੱਕ ਇਹ ਵੀ ਪੱਖ, ਇੱਕ ਗੁਰੂ ਸਾਹਿਬ ਜੀ ਦੀ ਮਾਇਆ ਹੀ ਐਸੀ ਹੈ ਕਿ ਜਿਨ੍ਹਾਂ ਨੂੰ ਹੁਣ ਅਸੀਂ 100 ਸਾਲ ਕਹਿੰਦੇ ਵੀ 100 ਸਾਲ ਦੀ ਉਮਰ ਹੋ ਗਈ, ਹੋ ਸਕਦਾ ਵੀ ਗੁਰੂ ਦੀ ਨਿਗਾਹ ਵਿੱਚ ਇੱਕ ਵੀ ਖਿਣ ਮਾਤਰ ਹੀ ਸਮਾਂ ਨਾ ਹੋਇਆ ਹੋਵੇ। ਅਤੇ ਸਾਨੂੰ ਦਿਖ ਰਿਹਾ ਵੀ ਇੰਨੇ ਸਾਲ ਬੀਤ ਗਏ, ਇੰਨੇ ਕਈ ਕੁਝ ਹੋ ਗਿਆ। ਉਹ ਪਰਮੇਸ਼ਰ ਦੀ ਮਾਇਆ ਹੈ ਸੀ। ਗੁਰੂ ਨਾਨਕ ਸਾਹਿਬ ਜੀ ਦੇ ਵਾਸੀ ਹੈ ਨਾ ਮਾਇਆ। ਅਤੇ ਮਹਾਰਾਜ ਜੀ ਨੇ ਹੁਣ ਸੱਚਮੁੱਚ ਹੀ ਹੁਣ ਪਤਾਲ ਆਕਾਸ਼ ਖਿਣ ਮਾਤਰ ਵੀ ਗੁਰੂ ਜੀ ਦਿਖਾ ਸਕਦੇ ਹੈ। ਅਤੇ ਜੋ ਦਸਤਗੀਰ ਪੀਰ ਦੇ ਬੱਚੇ ਨੇ ਕਿਹਾ ਵੀ ਲੱਖਾਂ ਹਜ਼ਾਰਾਂ ਸਾਲ ਹੀ ਬੀਤ ਗਏ, ਸਦੀਆਂ ਬੀਤ ਗਈਆਂ, ਉਹ ਵੀ ਸੱਚ ਹੀ ਆ ਵੀ ਉੱਧਰ ਸਦੀਆਂ ਬੀਤ ਗਈਆਂ, ਇੱਧਰ ਮਾਤ ਲੋਕ ਅਤੇ ਦਸਤਗੀਰ ਪੀਰ ਹੁਣਾਂ ਨੂੰ ਬੈਠਿਆਂ ਹੋਇਆਂ 2 ਘੜੀਆਂ ਪ੍ਰਤੀਤ ਕਰਾ ਦਿੱਤੀਆਂ ਮਹਾਰਾਜ ਨੇ। ਉੱਧਰ 2 ਘੜੀਆਂ ਚਾਹੇ ਵੀ 2 ਘੜੀਆਂ ਹੀ ਬੀਤੀਆਂ, ਉੱਧਰ ਲੱਖਾਂ ਹਜ਼ਾਰਾਂ ਸਾਲ ਬਿਤਾਏ ਪ੍ਰਤੀਤ ਕਰਾ ਦਿੱਤੇ। ਗੁਰੂ ਸਾਹਿਬ ਜੀ ਦੇ ਵੱਸ ਹੈ ਵੀ ਸਮਾਂ ਰੋਕਣਾ ਪਰਮੇਸ਼ਰ ਦੇ ਵੱਸ ਹੀ ਹੈ। ਸਮਾਂ ਵੀ ਜਿਹੜੇ ਸਮੇਂ ਚੱਲ ਰਹੇ ਆ ਸਭ ਪਰਮਾਤਮਾ ਦੇ ਵੱਸ ਹੈ। ਉਹ ਅਕਾਲ ਹੈ, ਭਾਵ ਉਹ ਸਮੇਂ ਤੋਂ ਰਹਿਤ ਅਤੇ ਸਮੇਂ ਨੂੰ ਵੀ ਰਹਿਤ ਕਰ ਦਿੰਦਾ ਹੈ, ਸਮੇਂ ਨੂੰ ਵੀ ਟਿਕਾ ਦਿੰਦਾ ਉਹ ਮਾਲਕ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਜਿਹੜਾ ਹੈ ਉਹ ਤਾਕਤ ਨਾਲ, ਸ਼ਕਤੀ ਨਾਲ ਹੀ ਵੀ ਸੱਚਮੁੱਚ ਹੀ ਉਹ ਹਜ਼ਾਰਾਂ ਹੀ ਸਾਲ ਬਿਤਾ ਦਿੱਤੇ ਹੈ ਦਸਤਗੀਰ ਪੀਰ ਦੇ ਬੱਚੇ ਨੂੰ ਦਿਖਾਉਂਦਿਆਂ ਆਕਾਸ਼ ਪਤਾਲ। ਇੱਧਰ ਦਸਤਗੀਰ ਪੀਰ ਨੂੰ 2 ਘੜੀਆਂ ਪ੍ਰਤੀਤ ਹੋ ਰਹੀਆਂ ਵੀ 2 ਹੀ ਘੜੀਆਂ ਜੇ ਬੀਤੀਆਂ ਦੇ ਕੀ ਕਹਿ ਦਿੰਦੇ ਆ ਮੈਨੂੰ ਹਜ਼ਾਰਾਂ ਸਾਲ ਬੀਤ ਗਏ। ਅਤੇ ਇਸੇ ਤਰ੍ਹਾਂ ਵੀ 2 ਹੀ ਘੜੀਆਂ ਬੀਤੀਆਂ ਅਤੇ ਗੁਰੂ ਮਹਾਰਾਜ ਖਿਣ ਸਮੇਂ 'ਚ ਪਤਾ ਨਹੀਂ ਕਿੰਨੇ ਪਤਾਲ ਆਕਾਸ਼ ਮਹਾਰਾਜ ਦਿਖਾਈ ਜਾ ਰਹੇ ਸਨ। ਇਹ ਦੋਵੇਂ ਪੱਖ ਹੀ ਸਮਝ ਲੈਣਾ ਵੀ ਇੱਧਰ ਮਾਤ ਲੋਕ ਅਤੇ 2 ਘੜੀਆਂ ਬੀਤੀਆਂ, ਉੱਧਰ ਹਜ਼ਾਰਾਂ ਸਾਲ ਦਿਖਾ ਦਿੱਤੇ, ਜਾਂ ਵੀ ਹਜ਼ਾਰਾਂ ਹੀ ਸਾਲ ਬੀਤ ਗਏ ਹੈ ਦਿਖਾਉਂਦਿਆਂ, ਪਰ ਦਸਤਗੀਰ ਪੀਰ ਨੂੰ 2 ਘੜੀਆਂ ਨਜ਼ਰੀ ਦਿਖਾ ਦਿੱਤੀਆਂ। ਆ ਮਾਤ ਲੋਕ ਦਾ ਟਾਈਮ ਹੀ ਸਾਰਾ ਸਤਿਗੁਰੂ ਜੀ ਨੇ ਰੋਕ ਦਿੱਤਾ, ਸਮਝ ਲਓ ਕਿ ਉੱਥੇ ਥੰਮ ਦਿੱਤੇ ਹੈ। ਆ ਹੁਣ ਜੀਵ ਅਸੀਂ ਹਾਂ, ਆਪਾਂ ਜੋ ਕੁਝ ਵੀ ਹੈ ਸਾਡੇ ਵਾਸਤੇ ਯੁੱਗ ਬੀਤ ਰਹੇ ਹੈ। ਜਿਹੜੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆ ਅਤੇ ਉਹਨਾਂ ਦੀ ਉਮਰ ਦੇ ਕੁਝ ਵੀ ਨਹੀਂ ਆ, ਯੁੱਗ ਭਾਵੇਂ ਕਈ ਬੀਤ ਜਾਣ, ਉਹਨਾਂ ਦਾ ਕਦੇ ਮਿੰਟ ਨਹੀਂ ਹੁੰਦਾ। ਸਾਰੇ 3 ਦੇਵਤੇ ਚਲੇ ਜਾਣ ਅਤੇ ਮਾਇਆ ਦਾ ਕਦੇ ਅੱਖ ਝਮੱਕੇ ਮਾਤਰ ਹੀ ਸਮਾਂ ਹੁੰਦਾ ਹੈ। ਫਿਰ ਉਹ ਪਰਮਾਤਮਾ ਦੇ ਵਾਸੀ ਹੈ। ਜਦੋਂ ਸਾਰੇ ਸਮੇਂ ਤੋਂ ਸਮੇਂ ਮਹਾਰਾਜ ਰੋਕ ਦਿੰਦਾ ਹੈ, ਉਹੀ ਅੱਖ ਫਰੰਕ ਵਿੱਚ ਦਿਖਲਾਈ, ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਹੈ, ਅੱਖ ਦੇ ਝਮੱਕੇ ਮਾਤਰ ਹੀ ਲੱਖਾਂ ਪਤਾਲ ਆਕਾਸ਼ ਮਹਾਰਾਜ ਨੇ ਦਿਖਾਏ ਹੈ। ਅਤੇ ਪ੍ਰਤੀਤ ਦੋਵੇਂ ਪਾਸੇ, ਇੱਕ ਪਾਸੇ ਬਹੁਤਾ ਸਮਾਂ, ਇੱਕ ਪਾਸੇ 2 ਘੜੀਆਂ ਦਿਖਾ ਦਿੱਤੀਆਂ, ਤਾਂ ਜੋ ਕਿਉਂਕਿ ਸਤਿਗੁਰੂ ਜੀ ਨੇ ਪ੍ਰਤੀਤ ਨਹੀਂ ਹੋਣ ਦਿੱਤਾ, ਇਹ ਗੁਰੂ ਜੀ ਦੀ ਮਾਇਆ ਹੈ, ਪਤਾ ਨਹੀਂ ਲੱਗਣ ਦਿੱਤਾ। ਵੱਡੀ ਤਾਕਤ ਵਾਲੇ ਸਤਿਗੁਰੂ ਜੀ। ਇਵੇਂ ਦਸਤਗੀਰ ਪੀਰ ਵਿਚਾਰਦਾ ਵੀ ਬਹੁਤ ਹੀ ਜਿਹੜੇ ਸਾਲ ਹੈ, ਇਹ ਕਹਿੰਦਾ ਹੋਇਆ ਦੱਸ ਰਿਹਾ ਵੀ ਬੜੇ ਸਾਲ ਬੀਤ ਗਏ ਹੈ।
ਤੇ ਕਹਿੰਦਾ ਵੀ ਲੱਖਾਂ ਪਤਾਲ ਆਕਾਸ਼ ਦਿਖਾ ਦਿੱਤੇ ਐ। ਸਭ ਬਿਦ ਲਗ ਕੈ ਬਾਤ ਅਸੰਭਾ। ਸਭ ਤਰ੍ਹਾਂ ਨਾਲ ਇਹ ਜਾਣ ਕੇ ਇਹਨਾਂ ਦੇ ਇਸ ਤਰ੍ਹਾਂ ਸਭ ਤਰ੍ਹਾਂ ਨਾਲ ਇਹ ਜਾਣ ਕੇ ਵੀ ਇਹ ਗੱਲ ਅਸੰਭਵ ਹੈ, ਇਹ ਨਹੀਂ ਹੋ ਸਕਦੀ, ਬਣ ਨਹੀਂ ਸਕਦੀ। ਇੱਕ ਹੁੰਦੀ ਸੰਭਵ ਵੀ ਹੋ ਸਕਦਾ, ਇੱਕ ਹੁੰਦਾ ਅਸੰਭਵ ਵੀ ਇਹ ਨਹੀਂ ਹੋ ਸਕਦਾ। ਕਹਿੰਦਾ ਵੀ ਇਹ ਗੱਲ ਬਣ ਨਹੀਂ ਸਕਦੀ, ਮੈਂ ਨਹੀਂ ਮੰਨਦਾ ਇਸ ਗੱਲ ਨੂੰ। ਮਾਨ ਰਹਿਓ ਮਨ ਪੀਰ ਅਚੰਭਾ। ਐਵੇਂ ਦਸਤਗੀਰ ਪੀਰ ਅਸੰਭਵ ਜਾਣ ਕੇ ਵੀ ਐਵੇਂ ਕਿਵੇਂ ਹੋ ਸਕਦਾ, 2 ਘੜੀਆਂ ਵਿੱਚ ਲੱਖਾਂ ਪਤਾਲ ਆਕਾਸ਼ ਕੋਈ ਦਿਖਾ ਦੇਵੇ। ਮਨ ਵਿੱਚ ਪੀਰ ਅਚੰਭਾ ਜਾਣਿਆ, ਹੈਰਾਨੀ ਮੰਨ ਰਿਹਾ ਹੈ। ਹਿਰਦੈ ਵਿਚਾਰ ਕੀਨ ਚਿਰਤਾਈ। ਐਵੇਂ ਕਾਫੀ ਚਿਰ ਤੱਕ ਹਿਰਦੇ ਵਿੱਚ ਵਿਚਾਰਾਂ ਕਰਦਾ ਹੈ, ਸੋਚੀ ਜਾਂਦਾ ਹੈ। ਸਭ ਪੀਰਨ ਮਹਿ ਮੋਰ ਵਡਾਈ। ਕਹਿੰਦਾ ਵੀ ਵੇਖੋ ਸਾਰੇ ਪੀਰਾਂ ਵਿੱਚ ਇੱਥੇ ਬਗਦਾਦ ਵਿਖੇ ਵੀ ਆਸੇ ਪਾਸੇ ਇਲਾਕਿਆਂ ਵਿੱਚ ਵੀ ਮੇਰੀ ਵੱਡੀ ਵਡਿਆਈ ਹੈ, ਸਭ ਤੋਂ ਮੈਂ ਹੀ ਵੱਡਾ ਹਾਂ। ਅਜ਼ਮਤ ਮਾਹੀ ਮੋਹੇ ਸਮਾਨਾ। ਇਹ ਤਾਕਤ ਸ਼ਕਤੀ ਅਗੰਮੀ ਤਾਕਤ ਵਿੱਚ ਵੀ ਮੇਰੇ ਸਮਾਨ ਬਰਾਬਰ। ਜਗਤ ਵਿਖੇ ਕੋ ਪਿਖੋ ਨਾ ਆਨਾ। ਸੰਸਾਰ ਵਿੱਚ ਤੇ ਮੈਂ ਹੋਰ ਕੋਈ ਆਪਣੀ ਤਾਕਤ ਦੇ ਸਮਾਨ ਵਡੱਪਣ ਪਣੇ ਸਮਾਨ ਕੋਈ ਦੇਖਦਾ ਨਹੀਂ ਹਾਂ। ਸਭ ਹੀ ਆਨ ਮਾਨ ਹੈ ਮੋਰੀ। ਸਾਰੇ ਵੇਖ ਲੋ ਜਿੰਨੇ ਵੀ ਮੇਰੀ ਆਨ ਕਨੌੜ ਈਣ ਮੰਨਦੇ ਐ। ਦੇਸ ਨਿਵਾਏ ਪਗ ਕਰ ਜੋਰੀ। ਮੈਂ ਆਪਣੀ ਤਾਕਤ ਨਾਲ ਬਗਦਾਦ ਦੇਸ਼ ਦੇ ਲੋਕ ਸਾਰੇ ਆਪਣੇ ਚਰਨਾਂ ਦੇ ਜਿਹੜੇ ਨਿਵਾਏ ਆ ਤੇ ਜੋੜੇ ਹੋਏ ਆ। ਮਮ ਅਜ਼ਮਤ ਲੇਸ ਨਾ ਇਸ ਆਗਾ। ਕਰ ਕਹਿੰਦਾ ਫੇਰ ਵੀ ਜਿਹੜੀ ਮੇਰੀ ਇੰਨੀ ਤਾਕਤ ਹੈ ਨਾ, ਇਸ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਦੇ ਲੇਸ ਮਾਤਰ ਰੱਤੀ ਮਾਤਰ ਭੋਰਾ ਮਾਤਰ ਵੀ ਨਹੀਂ ਹੈਗੀ। ਮੇਰ ਨਿਕਟ ਜੋ ਰੰਚਕ ਲਾਗੇ। ਕਹਿੰਦੇ ਤੇ ਉਹ ਗੱਲ ਹੈ ਜਿਵੇਂ ਸਮੇਰ ਪਰਬਤ ਦੇ ਕੋਲ ਜਿਹੜਾ ਰੇਤ ਦਾ ਕਿਣਕਾ ਉਹ ਲੱਗਾ ਹੋਵੇ, ਤੇ ਉਹ ਕਿਣਕਾ ਰੇਤ ਦਾ ਕੀ ਸਮੇਰ ਪਰਬਤ ਦੇ ਅੱਗੇ ਕਰ ਸਕਦਾ ਹੈ। ਐਵੇਂ ਕਹਿੰਦਾ ਵੀ ਮੇਰੀ ਜਿਹੜੀ ਤਾਕਤ ਹੈ ਉਹ ਤੇ ਰੇਤ ਦੇ ਕਿਣਕੇ ਵਰਗੀ, ਧੂਲ ਦੇ ਕਿਣਕੇ ਵਰਗੀ ਹੈ, ਤੇ ਗੁਰੂ ਨਾਨਕ ਸਾਹਿਬ ਜੀ ਦੀ ਤਾਕਤ ਸਮੇਰ ਪਰਬਤ ਵਰਗੀ ਹੈ। ਫਿਰ ਉਹਦੇ ਲਾਗੇ ਜਿਵੇਂ ਸਮੇਰ ਪਰਬਤ ਦੇ ਕੋਲ ਧੂੜ ਦਾ ਕਿਣਕਾ ਨਹੀਂ ਕੁਝ, ਇਸੇ ਤਰ੍ਹਾਂ ਮੇਰੀ ਤਾਕਤ ਇਹਨਾਂ ਅੱਗੇ ਕੀ ਹੈ, ਤੁਛ ਮਾਤਰ ਲੇਸ ਮਾਤਰ ਵੀ ਨਹੀਂ ਹੈ। ਇਹ ਤੋ ਮਨੁੱਖ ਤਨ ਨਹਿ ਹੋਈ। ਕਹਿੰਦਾ ਵੀ ਜਿਹੜੀ ਇੰਨੀ ਤਾਕਤ ਹੋਣੀ ਹੈ ਨਾ ਕਿਸ ਮਨੁੱਖ ਦੇ ਵਿੱਚ, ਉਹ ਨਹੀਂ ਹੋ ਸਕਦੀ। ਇਹ ਮਨੁੱਖ ਇਹੋ ਤੋਂ ਮਨੁੱਖ ਤਨ ਨਹਿ ਹੋਈ। ਕਹਿੰਦੇ ਵੀ ਜੋ ਗੁਰੂ ਨਾਨਕ ਸਾਹਿਬ ਹੈ ਨਾ, ਇਹਦੇ ਖੁਦਾ ਹੈ, ਮਨੁੱਖ ਦੇ ਸਰੀਰ ਵਿੱਚ ਇੰਨੀ ਤਾਕਤ ਨਹੀਂ ਹੋ ਸਕਦੀ। ਇਹ ਖੁਦਾਏ ਧਰਿਓ ਤਨ ਸੋਈ। ਗੁਰੂ ਨਾਨਕ ਸਾਹਿਬ ਜੋ ਹਨ ਇਹਨਾਂ ਦੇ ਸਰੀਰ ਜੋ ਹੈ ਇਹਦੇ ਖੁਦਾ ਨੇ ਆਪ ਹੀ ਧਾਰਿਆ ਹੋਇਆ ਹੈ। ਇਸ ਕੀ ਸਰਬਰ ਹੋਏ ਨਾ ਕੋ। ਇਹਨਾਂ ਦੀ ਬਰਾਬਰ ਦਾ ਤੇ ਕੋਈ ਨਹੀਂ ਹੋ ਸਕਦਾ, ਕਿਉਂਕਿ ਖੁਦਾ ਦੇ ਬਰਾਬਰ ਦਾ ਕੋਈ ਹੁੰਦਾ ਨਹੀਂਗਾ। ਬੰਧਨ ਬਨੈ ਬੰਦ ਕਰ ਦੋ। ਇਸ ਕਰਕੇ ਮਨ ਨੂੰ ਹੀ ਕਹਿੰਦੇ ਮਨਾ, ਦੋਵੇਂ ਹੱਥ ਜੋੜ ਕੇ ਇਹਨਾਂ ਨੂੰ ਤੇ ਮੱਥਾ ਟੇਕਣਾ ਹੀ ਬਣਦਾ ਹੈ। ਆਸ ਵਿਚਾਰ ਕੈ ਪਾਇਨ ਪਰਿਓ। ਇਸ ਤਰ੍ਹਾਂ ਵਿਚਾਰ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਪੈ ਗਿਆ ਦਸਤਗੀਰ ਪੀਰ। ਔਰ ਕੋ ਸਕਲ ਗਰਭ ਪਰ ਹਰਿਓ। ਹਿਰਦੇ ਦਾ ਸਾਰਾ ਜਿਹੜਾ ਹੰਕਾਰ ਸੀ ਨਾ ਵੀ ਮੇਰੇ ਸਿੱਖ ਸੇਵਕ ਬੜੇ, ਮੇਰੀ ਤਾਕਤ ਬੜੀ, ਮੈਂ ਵੱਡਾ ਪੀਰ ਹਾਂ, ਉਹ ਸਾਰਾ ਹੀ ਨਾਸ ਕਰ ਦਿੱਤਾ ਹੈ। ਸਭ ਮਰੀਦ ਕੋ ਗਿਰਾ ਅਲਾਈ। ਸਾਰੇ ਮਰੀਦਾਂ ਆਪਣੇ ਸੇਵਕਾਂ ਨੂੰ ਇਹਨੇ ਬਚਨ ਕਿਹਾ, ਪਗ ਲਗ ਲਿਹੋ ਖੁਦਾ ਬਖਸ਼ਾਈ। ਕਿ ਤੁਸੀਂ ਵੀ ਸਾਰੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਲੱਗ ਕੇ ਆਪਣੀ ਖਤਾ ਭੁੱਲ ਬਖਸ਼ਾ ਲਿਓ। ਇਸ ਕੋ ਮਾਨਖ ਤਨ ਨਹ ਜਾਨਾ। ਇਹ ਜੇ ਗੁਰੂ ਨਾਨਕ ਸਾਹਿਬ ਇਹਨਾਂ ਦਾ ਜਿਹੜਾ ਸਰੀਰ ਉਹ ਮਨੁੱਖ ਦਾ ਸਰੀਰ ਨਾ ਜਾਣੋ। ਅੱਲਾਹ ਖੁਦਾਏ ਸਰੂਪ ਪਛਾਨੋ। ਇਹਨਾਂ ਨੂੰ ਅੱਲਾ ਵਾਹਿਗੁਰੂ, ਅੱਲਾ ਜੋ ਹੈ ਖੁਦਾ ਹੈ, ਉਸ ਦਾ ਹੀ ਸਰੂਪ ਪਛਾਣੋ। ਲੋਗਨ ਸੁਨਨ ਜੋਗ ਨਿਜ ਪੀਰਾ। ਐਵੇਂ ਬਗਦਾਦ ਦੇ ਵਿੱਚ ਜਿੰਨੇ ਵੀ ਦੇ ਸਿੱਖ ਮੁਰੀਦ ਹੈਗੇ ਸਨ, ਹੋਰ ਵੀ ਬਗਦਾਦ ਸ਼ਹਿਰ ਦੇ ਲੋਕ ਸੁਣ ਕੇ ਆਪਣੇ ਦਸਤਗੀਰ ਪੀਰ ਦੀ ਆਗਿਆ ਨੂੰ ਨਿਸ਼ਚਾ ਜਾਣਿਓ ਗੁਣੀ ਗਹੀਰਾ।
ਨਿਸ਼ਚੇ ਪੂਰਵਕ ਹੀ ਜਾਣ ਲਿਆ ਵੀ ਗੁਣਾਂ ਦੇ ਸਮੁੰਦਰ ਹੈ ਗੁਰੂ ਨਾਨਕ ਸਾਹਿਬ। ਪਾਇਨ ਆਏ ਉਤਾਇਲ ਪਰੇ। ਨਿਸ਼ਚੇ ਜਾਣਿਓ ਗੁਣੀ ਗਹੀਰਾ, ਵੀ ਜੋ ਗੁਣਾਂ ਦਾ ਸਮੁੰਦਰ ਖੁਦਾ ਹੈ ਉਹੀ ਉਹ ਗੁਰੂ ਨਾਨਕ ਸਾਹਿਬ ਭਰੋਸੇ ਕਰਕੇ ਜਾਣਿਆ ਹੈ। ਫਿਰ ਜਿਹੜੇ ਇੱਥੋਂ ਦੇ ਲੋਕ ਤੇ ਇਹਦੇ ਮਰੀਦ ਹੈ ਉਹ ਸਤਿਗੁਰੂ ਜੀ ਦੇ ਚਰਨਾਂ ਉੱਪਰ ਭੇਟਾ ਲਿਆ ਲਿਆ ਕੇ ਰੱਖਣ ਲੱਗੇ। ਨਾਨਾ ਬਿਦਨ ਪਾਇਨ ਧਰੇ। ਪਾਇਨ ਆਏ ਉਤਾਇਲ ਪਰੇ, ਉਤਾਇਲ ਹੈ ਇਵੇਂ ਸਤਿਗੁਰੂ ਜੀ ਦੇ ਚਰਨਾਂ ਉੱਪਰ ਆ ਕੇ ਬੜੀ ਛੇਤੀ ਨਾਲ ਢਹਿ ਪਏ। ਨਾਨਾ ਬਿਦਨ ਪਾਇਨ ਧਰੇ। ਬਹੁਤ ਨਾਨਾ ਤਰ੍ਹਾਂ ਦੀਆਂ ਜਿਹੜੀਆਂ ਭੇਟਾਂ ਹੈ ਉਹ ਲਿਆ ਲਿਆ ਕੇ ਰੱਖਣ ਲੱਗੇ। ਉਤਰੀ ਅਦੋ ਪੁਜਾ ਸਭ ਹੀ ਕੀ। ਜਦੋਂ ਜਿਹੜੇ ਉਹ ਮਾਰਨ ਲਈ ਤਿਆਰ ਹੋਏ ਸੀ ਨਾ, ਪੱਥਰ ਮਾਰਨੇ, ਉਹਨਾਂ ਦੀ ਬਾਹਾਂ ਉੱਥੇ ਖੜੀਆਂ ਸੀ। ਇੰਨਾ ਕੁਝ ਹੋ ਗਿਆ ਸੀ, ਇੰਨਾ ਟਾਈਮ ਹੋ ਗਿਆ ਸੀ। ਉੱਥੇ ਜਿਵੇਂ ਰੁੱਖ ਖੜਾ ਹੁੰਦਾ, ਲੱਕੜਾਂ ਟਾਹਣੇ, ਉਸੇ ਤਰ੍ਹਾਂ ਇਹਨਾਂ ਲੋਕਾਂ ਦੀਆਂ ਬਾਹਾਂ ਖੜੀਆਂ ਸੀ, ਹੱਥਾਂ ਵਿੱਚ ਪੱਥਰ ਸਨ। ਕਹਿੰਦੇ ਸਾਰਿਆਂ ਦੀ ਜਿਹੜੀਆਂ ਬਾਹਾਂ ਹੈ ਜਦੋਂ ਸ਼ਰਧਾ ਆਈ ਹੈ ਤੇ ਉਹ ਠਾਂ ਉਤਰ ਗਈਆਂ, ਹੇਠਾਂ ਉਤਰ ਗਈਆਂ ਹਨ। ਭਈ ਅਗਾਰੀ ਬਿਦ ਜਾਨੀ ਕੀ। ਜਿਵੇਂ ਕਹਿੰਦੇ ਜਿਸ ਤਰ੍ਹਾਂ ਪਹਿਲਾਂ ਸੀ ਇਹਨਾਂ ਦੀਆਂ ਬਾਹਾਂ ਚੰਗੀ ਤਰ੍ਹਾਂ ਕੰਮ ਕਰਦੀਆਂ, ਹਰਕਤ ਕਰਦੀਆਂ, ਉਸੇ ਤਰ੍ਹਾਂ ਹੀ ਚੰਗੀ ਤਰ੍ਹਾਂ ਹਰਕਤ ਵਿੱਚ ਆ ਗਈਆਂ, ਹਿੱਲਣ ਜੁਲਣ ਲੱਗ ਪਈਆਂ। ਤਿਹਸ਼ਨ ਸ਼ਰਦਾ ਬਦੀ ਮਹਾਨਾ। ਦਸਤਗੀਰ ਪੀਰ ਦੀ ਤੇ ਸਾਰੇ ਬਗਦਾਦ ਦੇ ਲੋਕਾਂ ਦੀ ਉਸ ਸਮੇਂ ਗੁਰੂ ਜੀ ਉੱਪਰ ਬੜੀ ਸ਼ਰਧਾ ਵਧੀ। ਪੂਜਨ ਲੱਗਿਓ ਸਰਬ ਤਰਕਾਨਾ। ਸਾਰੇ ਜਿਹੜੇ ਤੁਰਕ ਹੈ ਸਤਿਗੁਰੂ ਜੀ ਨੂੰ ਪੂਜਣ ਲੱਗੇ। ਪ੍ਰਭ ਸਭ ਕੋ ਦੀਨ ਉਪਦੇਸਾ। ਗੁਰੂ ਨਾਨਕ ਸਾਹਿਬ ਜੀ ਨੇ ਸਭ ਨੂੰ ਫਿਰ ਉਪਦੇਸ਼ ਦਿੱਤਾ। ਸਤਨਾਮ ਸਿਮਰਹੁ ਜਗ ਤੇਸਾ। ਇਹ ਜੋ ਸਤਨਾਮ ਵਾਹਿਗੁਰੂ ਹੈ, ਜਗਤ ਦੇ ਮਾਲਕ ਪਰਮੇਸ਼ਰ ਦਾ ਨਾਮ ਉਹ ਸਿਮਰੋ, ਯਾਦ ਕਰੋ। ਪੱਖਵਾਦ ਕੋ ਭੂਲ ਨਾ ਕਰੀਏ। ਜਿਹੜਾ ਪੱਖਵਾਦ ਹੈ ਇਹਨਾਂ ਨੂੰ ਭੁੱਲ ਕੇ ਨਾ ਕਰੀਏ। ਭਾਵ ਆ ਜਿਹੜਾ ਪੱਖ ਕਰਨਾ ਨਾ, ਵੀ ਦੋ ਪੱਖ ਕਹਿਣਾ, ਵੀ ਦੋ ਹੱਦਾਂ ਹੈ, ਮੁਸਲਮਾਨ ਹਿੰਦੂ ਹੈ, ਇੱਕ ਪੱਖਵਾਦ ਕਦੇ ਨਾ ਕਰੀਏ। ਇਵੇਂ ਪੱਖਵਾਦ ਕਰਕੇ ਦੋ ਹੱਦਾਂ ਮੰਨ ਕੇ ਕਦੀ ਝਗੜਾ ਨਾ ਕਰੀਏ ਵਿੱਚ ਬਹਿ ਕੇ। ਇੱਕ ਖੁਦਾਏ ਸਭ ਬਿਖਾਨ ਹਰੀਏ। ਇੱਕ ਜੋ ਖੁਦਾ ਹੈ ਉਹਦਾ ਹੀ ਸਾਰਿਆਂ ਵਿੱਚ ਜਲਵਾ ਰੋਸ਼ਨ ਜੋਤ ਵੇਖੀਏ। ਕਿਉਂਕਿ ਗੁਰਬਾਣੀ ਵਿੱਚ ਆਉਂਦਾ ਅੱਲਾਹ ਪਾਕ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਵੀ ਦੂਸਰਾ ਕੋਈ ਹੋਵੇ ਤੇ ਸ਼ੱਕ ਕਰੋ। ਭਗਤ ਮਹਾਰਾਜ ਕਹਿੰਦੇ ਹੈ, ਕਹਿੰਦੇ ਉਹ ਪਰਮਾਤਮਾ ਹੀ ਹੈ ਸਾਰੇ ਪਾਸੇ। ਅੱਲ੍ਹਾ ਰਾਮ ਕੇ ਪਿੰਡ ਪ੍ਰਾਣ, ਨਾ ਹਮ ਹਿੰਦੂ ਨਾ ਮੁਸਲਮਾਨ। ਇੱਕ ਖੁਦਾ ਹੀ ਦੀ ਜਿਹੜਾ ਜਲਵਾ ਪ੍ਰਕਾਸ਼ ਸਾਰਿਆਂ ਵਿੱਚ ਦੇਖੀਏ। ਕਰਹੁ ਜੇ ਦਿੜ ਅਸ ਬਿਦ ਬਿਆਸਾ। ਜੇ ਤੁਸੀਂ ਇਸ ਤਰ੍ਹਾਂ ਨਾਲ ਵੀ ਪੱਖਵਾਦ ਨਹੀਂ ਕਰੋਗੇ, ਝਗੜਾ ਨਹੀਂ ਕਰੋਗੇ ਪੱਖ ਵਿੱਚ ਪੈ ਕੇ, ਤੇ ਇਸ ਤਰ੍ਹਾਂ ਨਾਲ ਜੇ ਸਤਿਨਾਮ ਵਾਹਿਗੁਰੂ ਦਾ ਦ੍ਰਿੜ ਪੱਕਾ ਅਭਿਆਸ ਕਰੋਗੇ, ਪ੍ਰਾਪਤ ਹੋਏ ਮੁਕਤ ਸੁਖ ਰਾਸਾ। ਸਾਰੇ ਸੁੱਖਾਂ ਦਾ ਜੋ ਖਜ਼ਾਨਾ ਹੈ, ਮੁਕਤੀ ਕੇਵਲ ਤੁਹਾਨੂੰ ਪ੍ਰਾਪਤ ਹੋ ਜਾਏਗੀ ਸੌਖੀ ਹੀ। ਕਿਤਕ ਦਿਵਸ ਗੁਰ ਤਹਾਂ ਗੁਜ਼ਾਰੇ। ਕਿੰਨੇ ਦਿਨ ਜਿਹੜੇ ਗੁਰੂ ਸਾਹਿਬ ਜੀ ਨੇ ਬਗਦਾਦ ਸ਼ਹਿਰ ਵਿੱਚ ਹੀ ਗੁਜ਼ਾਰੇ ਹੈ। ਦੇ ਉਪਦੇਸ਼ ਅਧਿਕ ਨਰ ਤਾਰੇ। ਇੱਥੇ ਉਪਦੇਸ਼ ਦੇ ਕੇ ਬਹੁਤ ਤੇ ਬਗਦਾਦ ਦੇ ਲੋਕ ਤਾਰੇ ਹੈ। ਬਾਹਰ ਗਵਨ ਕੀ ਕੀਨੀ ਤਿਆਰੀ। ਫਿਰ ਇੱਥੋਂ ਚੱਲਣ ਦੀ ਸਤਿਗੁਰੂ ਜੀ ਨੇ ਤਿਆਰੀ ਕੀਤੀ ਹੈ। ਨਮਸਕਾਰ ਤਿਹ ਚਰਨ ਹਮਾਰੀ। ਕਹਿੰਦੇ ਵੀ ਨਮਸਕਾਰ ਤੇ ਚਰਨ ਹਮਾਰੀ। ਗੁਰੂ ਸਾਹਿਬ ਜੀ ਜੋ ਗੁਰੂ ਨਾਨਕ ਸਾਹਿਬ ਐਸੇ ਮਹਾਨ ਹੈ ਜਿਨ੍ਹਾਂ ਦੇ ਚਰਨਾਂ ਦੇ ਸਾਰਾ ਬਗਦਾਦ ਸ਼ਹਿਰ ਹੀ ਝੁਕਿਆ ਹੈ। ਕਹਿੰਦੇ ਐਸੇ ਸਤਿਗੁਰਾਂ ਦੇ ਚਰਨਾਂ ਵਿੱਚ ਮੇਰੀ ਕਵੀ ਦੀ ਵੀ ਨਮਸਕਾਰ ਹੈ, ਉਹਨਾਂ ਲੋਕਾਂ ਵਾਂਗ ਹੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ। ਬਗਦਾਦ ਕੋ ਪ੍ਰਸੰਗ ਵਰਨਨ ਨਾਮਾ 34ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅਖੀਰਲੇ ਹਿੱਸੇ ਦੇ 34 ਅਧਿਆਏ ਸਮਾਪਤ ਹੋ ਗਏ ਹਨ। ਦੋਹਰਾ ਸ੍ਰੀ ਗੁਰ ਜਸ ਕਮਲਨ ਬਣੀ। ਭਾਈ ਸੰਤੋਖ ਸਿੰਘ ਜੀ ਅਗਲਾ ਪ੍ਰਸੰਗ ਆਰੰਭ ਕਰਦੇ ਹੋਏ ਮੰਗਲ ਕਰਦੇ ਹੈ ਵੀ ਸੋਭਾ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਜਸ ਹੈ ਉਹ ਕਮਲਾਂ ਦੇ ਫੁੱਲ ਦੀ ਵਾੜੀ ਵਾਂਗ ਹੈ। ਮਨ
ਭਾਏ। ਆਪਣਾ ਜਿਹੜਾ ਭਾਈ ਮਨ ਹੈ ਉਸ ਨੂੰ ਸਤਿਗੁਰ ਦੇ ਜਸ ਰੂਪੀ ਕਮਲਾਂ ਦੀ ਬਗੀਚੀ ਉੱਪਰ ਲੁਭਾਏ ਮਾਨ ਕਰਕੇ ਮਨ ਨੂੰ ਭੌਰਾ ਬਣਾ ਕਰਕੇ ਨਿਸ ਦਿਨ ਵਿੱਚ ਰਹਤਾਸ ਮਹਿ। ਰਾਤ ਦਿਨ ਸਤਿਗੁਰੂ ਜੀ ਦੇ ਜਸ ਰੂਪੀ ਬਗੀਚੀ ਦੇ ਜਿਹੜਾ ਜਸ ਰੂਪੀ ਕਮਲਾਂ ਦੀ ਬਗੀਚੀ ਵਿੱਚ ਵਿਚਰੋ ਤੁਸੀਂ। ਗਤ ਸੁਗੰਧ ਸੁਭ ਪਾਏ। ਜਿਸ ਕਰਕੇ ਜਿਹੜੀ ਮੁਕਤੀ ਰੂਪੀ ਸੋਹਣੀ ਸੁਗੰਧੀ ਹੈ ਚੰਗੀ ਉਹ ਤੁਸੀਂ ਸੁੱਤੇ ਸੇਧੀ ਪਾ ਲਓਗੇ। ਵੀ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਸ ਹੈ ਕਮਲਾਂ ਦੀ ਬਗੀਚੀ ਵਾੜੀ ਹੈ। ਮਨ ਜਿਹੜਾ ਮਨ ਨੂੰ ਭੌਰਾ ਕਰਕੇ ਉਸ ਉੱਪਰ ਲੁਭਾਏਮਾਨ ਕਰਕੇ ਰਾਤ ਦਿਨ ਸਤਿਗੁਰ ਜੀ ਦੇ ਐਸੇ ਜਸ ਰੂਪੀ ਬਗੀਚੀ ਦੇ ਵਿੱਚ ਤੁਸੀਂ ਵਿਚਰੋ ਭਾਈ। ਜਿਸ ਕਰਕੇ ਸੁਗੰਧੀ ਰੂਪੀ ਜਿਹੜੀ ਮੁਕਤੀ ਹੈ ਸੋਹਣੀ ਸੁੱਤੇ ਸੇਧੀ ਪਾ ਲਓਗੇ ਪ੍ਰਾਪਤ ਹੋ ਜਾਏਗੀ। ਸ੍ਰੀ ਬਾਲਾ ਸੰਦਰ ਵਾਚ ਚੌਪਈ। ਸ੍ਰੀ ਅੰਗਦ ਸਨ ਕਥਾ ਮਹਾਨਾ। ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਅੰਗਦ ਦੇਵ ਸਾਹਿਬ ਜੀ ਗੁਰੂ ਸਾਹਿਬ ਜੀ ਦੀ ਜਿਹੜੀ ਬੜੀ ਮਹਾਨ ਪਵਿੱਤਰ ਸਭ ਤੇ ਉੱਤਮ ਹਰ ਕੀ ਕਥਾ ਉਹ ਅੱਗੇ ਕਥਾ ਸੁਣੋ। ਸੋਹਣਾ ਇਤਿਹਾਸ। ਸ੍ਰੀ ਗੁਰ ਸੋ ਬੋਲਿਓ ਮਰਦਾਨਾ। ਐਵੇਂ ਗੁਰੂ ਸਾਹਿਬ ਜੀ ਬਗਦਾਦ ਸ਼ਹਿਰ ਵਿੱਚ ਸਭ ਨੂੰ ਸ਼ੁਭ ਉਪਦੇਸ਼ ਦੇ ਕੇ ਵੀ ਪੱਖਵਾਦ ਨਹੀਂ ਕਰਨਾ, ਝਗੜਾ ਭੁੱਲ ਕੇ ਨਾ ਕਰੀਏ, ਸਾਰਿਆਂ ਵਿੱਚ ਇੱਕ ਪਰਮੇਸ਼ਰ ਖੁਦਾ ਦੀ ਹੀ ਜੋਤ ਜਲਵਾ ਦੇਖੀਏ, ਸਤਿਨਾਮ ਵਾਹਿਗੁਰੂ ਸਿਮਰਿਏ, ਮੁਕਤੀ ਪ੍ਰਾਪਤ ਹੋ ਜਾਏਗੀ। ਅਤੇ ਦਸਤਗੀਰ ਪੀਰ ਨੂੰ ਚਰਨੀ ਲਾ ਕੇ ਸਭ ਨੂੰ ਭਾਵ ਭਗਤੀ ਦੇ ਰਸਤੇ 'ਤੇ ਪਾ ਕੇ ਮਹਾਰਾਜ ਜੀ ਨੇ ਉੱਥੋਂ ਚੱਲਣਾ ਕੀਤਾ। ਅਤੇ ਜਦੋਂ ਚੱਲੇ ਆ ਅਤੇ ਸ੍ਰੀ ਗੁਰੂ ਮਹਾਰਾਜ ਜੀ ਨੂੰ ਗੁਰੂ ਮਹਾਰਾਜ ਨਾਲ ਭਾਈ ਮਰਦਾਨਾ ਬੋਲਿਆ ਉਸ ਵੇਲੇ। ਅਬ ਤੋ ਕੀਨੀ ਸੈਲ ਕਨੇਰੀ। ਮਹਾਰਾਜ ਹੁਣ ਤੇ ਆਪ ਜੀ ਨੇ ਤੇ ਅਸਾਂ ਨੇ ਮਿਲ ਜੁਲ ਕੇ ਬਹੁਤ ਦੇਸ਼ਾਂ ਵਿਦੇਸ਼ਾਂ ਦੀ ਬਹੁਤੀ ਸੈਲ ਕੀਤੀ ਹੋਇਆ ਕਰ ਲਈ ਹੈ। ਫਿਰੇ ਜਹਾਂ ਤਹ ਛਿਤ ਬਹੁਤੇ। ਫਿਰੇ ਜਹਾਂ ਤਹ ਛਿਤ ਬਹੁਹੇਰੀ। ਜਿੱਥੇ ਕਿੱਥੇ ਵੀ ਧਰਤੀ ਬਹੁਤ ਹੀ ਫਿਰ ਕੇ ਮਹਾਰਾਜ ਦੇਖੀ ਹੈ, ਬੜੇ ਚੱਕਰ ਕੱਢੇ ਆ ਸਭ ਥਾਂ ਦੇਖ ਕੇ। ਗਮਨ ਕਰਹੁ ਅਬ ਆਪਨ ਨਿਕੇਤਾ। ਹੁਣ ਗੁਰੂ ਸਾਹਿਬ ਜੀ ਕਿਰਪਾ ਕਰੋ, ਜੋ ਆਪਣਾ ਘਰ ਹੈ ਰਾਏ ਭੋਈ ਦੀ ਤਲਵੰਡੀ ਉੱਧਰ ਵੱਲ ਨੂੰ ਹੁਣ ਚੱਲਣਾ ਕਰੋ ਜੀ। ਸੁਨ ਬੋਲੇ ਬੇਦੀ ਕੁਲ ਕੇਤਾ। ਭਾਈ ਮਰਦਾਨਾ ਜੀ ਤੋਂ ਐਸਾ ਸੁਣ ਕੇ ਜੋ ਬੇਦੀਆਂ ਦੀ ਕੁਲ ਦੇ ਧੁਜਾ ਰੂਪ ਗੁਰੂ ਨਾਨਕ ਸਾਹਿਬ ਜੀ ਬਚਨ ਬੋਲੇ ਐ। ਮਰਦਾਨੇ ਘਰ ਯਾਦ ਤੁਮਾਰੇ। ਮਰਦਾਨਿਆ ਤੇਰੇ ਮਨ ਵਿੱਚ ਹਮੇਸ਼ਾ ਜਿਹੜੀ ਘਰ ਦੀ ਯਾਦ ਰਹਿੰਦੀ ਹੈ। ਰਹਿਤ ਸਦਾ ਨਹਿ ਕਰਹੁ ਵਿਸਾਰੇ। ਤੂੰ ਕਦੇ ਘਰ ਦੀ ਯਾਦ ਭੁਲਾਉਂਦਾ ਨਹੀਂ, ਸਦਾ ਹੀ ਤੇਰੇ ਅੰਦਰ ਵਸਦੀ ਰਹਿੰਦੀ ਹੈ, ਹਮੇਸ਼ਾ ਤੂੰ ਘਰ ਵਿੱਚ ਹੀ ਰਹਿੰਦਾ ਹੈ। ਅੱਜ ਕਰਨਾ ਤੇ ਯਾਦ ਸੀ ਪਰਮੇਸ਼ਰ ਨੂੰ, ਪਰ ਤੂੰ ਘਰ ਹੀ ਯਾਦ ਕਰਦਾ ਰਹਿੰਦਾ ਹੈ। ਜਾਵਨ ਕੀ ਅਤ ਚਾਹੇ ਜੇ ਹੋਹੀ। ਬਾਕੀ ਵੀ ਮਰਦਾਨਾ ਜੇ ਤੈਨੂੰ ਘਰ ਜਾਣ ਦੀ ਚਾਹਨਾ ਹੈਗੀ ਹੈ, ਬੜੀ ਇੱਛਾ ਹੈ ਵੀ ਜਾਣਾ ਹੀ ਜਾਣਾ ਹੈ, ਦੇਹ ਪਹੁੰਚਾਏ ਬਿਲਮ ਬਿਨ ਤੋਹੀ। ਫਿਰ ਬਿਨਾ ਦੇਰੀ ਤੋਂ ਤੈਨੂੰ ਪਹੁੰਚਾ ਦਿੰਨੇ ਆ। ਜਾਏ ਮਿਲਹੁ ਆਪਣੇ ਪਰਿਵਾਰਾ। ਬੜੀ ਛੇਤੀ ਨਾਲ ਤੈਨੂੰ ਪਹੁੰਚਾ ਦਿੰਨੇ ਤੇ ਤੂੰ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਨਾਲ ਮੌਜ ਨਾਲ ਜਾ ਕੇ ਮਿਲ ਜੁਲ ਲਓ। ਬਨਤਾ ਸਤ ਸਾ ਕਰਹੁ ਪਿਆਰਾ। ਆਪਣੀ ਘਰ ਵਾਲੀ ਤੇ ਪੁੱਤਰਾਂ ਨਾਲ ਬੜਾ ਪਿਆਰ ਜਾ ਕੇ ਕਰੋ। ਕਹ ਮਰਦਾਨਾ ਸਹਜ ਸੁਭਾਏ ਕਾ। ਉਸ ਵੇਲੇ ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਮੈਂ ਤੇ ਸੁੱਤੇ ਸਿੱਧੇ ਹੀ ਸਹਿਜ ਸੁਭਾਅ ਹੀ। ਮੈਂ ਬੂਝੇ ਸੁਣੀਏ ਸੁਖਦਾਇਕ। ਮੈਂ ਤੇ ਆਪ ਜੀ ਨੂੰ ਸੁੱਤੇ ਸਿੱਧੀ ਪੁੱਛਿਆ ਸੀ, ਸੁੱਖਾਂ ਨੂੰ ਦੇਣ ਵਾਲੇ ਸਤਿਗੁਰੂ ਮੇਰੀ ਬਚਨ ਤੇ ਸੁਣੀਏ। ਪ੍ਰਥਮੇ ਜਾਓ ਨਾ ਸਦਨ ਮਝਾਰੇ। ਮੈਂ ਇਹ ਕਹਿਣਾ ਪੱਕਾ ਵੀ ਆਪ ਜੀ ਤੋਂ ਪਹਿਲਾਂ ਸਤਿਗੁਰੂ ਜੀ ਮੈਂ ਘਰ ਵਿੱਚ ਨਹੀਂ ਜਾਵਾਂਗਾ। ਆਪ ਚਲੋ ਤੋ ਜਾਏ ਸੰਗਾਰੇ। ਜੇ ਆਪ ਜੀ ਚੱਲੋਗੇ ਘਰ ਨੂੰ ਤੇ ਫੇਰ ਤੁਹਾਡੇ ਨਾਲ ਜਾਵਾਂਗਾ, ਨਹੀਂ ਤੇ ਆਪਣੇ ਆਪ ਮੈਂ ਤੁਹਾਡੇ ਤੋਂ ਪਹਿਲਾਂ ਕਦੀ ਨਹੀਂ ਜਾਵਾਂਗਾ। ਸ੍ਰੀ ਗੁਰ ਬੋਲੇ ਸਹਿਜ ਸੁਭਾਏ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਸਹਿਜ ਸੁਭਾਅ ਸੁੱਤੇ ਸਿੱਧੀ ਬਚਨ ਬੋਲੇ ਆ। ਤੂੰ ਹਮ ਤੇ ਪਹਿਲੇ ਹੀ ਜਾਏ। ਮਰਦਾਨਿਆ ਤੂੰ ਕਹਿੰਦਾ ਵੀ ਮੈਂ ਪਹਿਲਾਂ ਨਹੀਂ ਜਾਣਾ, ਤੁਸੀਂ ਪਹਿਲਾਂ ਜਾਓਗੇ ਫਿਰ ਮੈਂ ਜਾਵਾਂਗਾ।
ਅਸੀਂ ਕਹਿੰਦੇ ਆ ਵੀ ਤੂੰ ਸਾਡੇ ਤੋਂ ਪਹਿਲਾਂ ਹੀ ਜਾਏਗਾ। ਇਹ ਸਥਿਰ ਆਲਾ ਲਹਿ ਸੰਭਾਰੂ। ਉਹ ਕਿੱਥੇ ਜਾਏਗਾ? ਇਸ ਸਥਿਤ ਘਰ ਵਿੱਚ ਸੱਚਖੰਡ ਜਾਏਗਾ, ਭਾਵ ਪਰਲੋਕ ਵਿੱਚ ਤੂੰ ਪਹਿਲਾਂ ਮਰਦਾਨਾ ਜਾਏਗਾ। ਇਹ ਘਰ ਤੇ ਛੱਡਣੇ ਪੈਂਦੇ ਹੀ ਹੈ, ਅੱਜ ਨਹੀਂ ਕੱਲ੍ਹ ਇਹਦੇ ਘਰ ਛੱਡਣ ਵਾਲੇ ਹੀ ਹੈ। ਅਤੇ ਇਹ ਘਰ ਵਿੱਚ ਕੋਈ ਸਥਿਤ ਨਹੀਂ ਰਿਹਾ ਹੈ। ਇਹ ਘਰ ਦੇ ਇਹ ਵੀ ਦੁਨੀਆ ਰੂਪੀ ਘਰ 'ਚ ਕੋਈ ਸਥਿਤ ਨਹੀਂ ਰਿਹਾ ਹੈ। ਇਹ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾਹੇ, ਇਹ ਦੁਨੀਆ ਦੇ ਸ਼ਹਿਰ ਮੇਲਾ ਹੈ, ਇੱਥੇ ਕੋਈ ਪੱਕਾ ਰਹਿਣ ਵਾਲਾ ਨਹੀਂ ਹੈ। ਮਰਦਾਨਾ ਇਸ ਕਰਕੇ ਮਨ ਸੁੱਤੇ ਸੇਤੀ ਉਹ ਇਸ਼ਾਰੇ ਨਾਲ ਹੀ ਕਹਿ ਦਿੱਤਾ ਵੀ ਤੇਰਾ ਸਮਾਂ ਆ ਗਿਆ ਹੈ। ਕਹਿੰਦੇ ਮਰਦਾਨਾ ਤੂੰ ਸਾਡੇ ਤੋਂ ਪਹਿਲਾਂ ਜਾਏਗਾ, ਅਤੇ ਜਾਏਗਾ ਕਿੱਥੇ? ਜਿੱਥੇ ਇਹ ਸਥਿਤ ਘਰ ਹੈ, ਪੱਕਾ ਘਰ ਹੈ, ਉਹ ਸੱਚਖੰਡ ਧਾਮ ਹੈ। ਉੱਥੇ ਜਾਏਗਾ ਜਿੱਥੇ ਤੇਰਾ ਜੰਮਣ ਮਰਨੀ ਹੋਏਗਾ, ਵਾਪਸ ਨਹੀਂ ਆਏਗਾ। ਇਹ ਘਰ ਤੇ ਕਦੇ ਢੱਠਦੇ ਵੀ ਹੈ, ਕੱਚੇ ਵੀ ਹੈ, ਇਹਨਾਂ ਵਿੱਚ ਆਉਣਾ ਜਾਣਾ ਵੀ ਹੁੰਦਾ ਰਹਿੰਦਾ ਹੈ। ਤੂੰ ਤੇ ਉੱਥੇ ਜਾਏਗਾ ਜਿੱਥੇ ਪੱਕਾ ਹੀ ਘਰ ਪਿਆ ਹੋਇਆ ਸੱਚਖੰਡ, ਉਹਨੂੰ ਸੰਭਾਲ ਲਏਗਾ। ਭਵ ਬੰਧਨ ਤੇ ਹੋਇਆ ਛੁਟਕਾਰੋ। ਤੇਰਾ ਜਿਹੜਾ ਸੰਸਾਰ ਦੇ ਉੱਪਰ ਵਿੱਚ ਮੋਹ ਮਮਤਾ ਦਾ ਬੰਧਨ ਹੈ, ਜਦੋਂ ਤੂੰ ਉੱਥੇ ਚਲਾ ਜਾਏਗਾ ਛੁੱਟ ਜਾਏਗਾ, ਛੁਟਕਾਰਾ ਹੋ ਜਾਏਗਾ। ਜਗ ਮਹਿ ਹੋਵੈ ਫੇਰ ਨਾ ਫੇਰਾ। ਮਰਦਾਨਾ ਤੇਰੇ ਤੇ ਪਰਮੇਸ਼ਰ ਦੀ ਕਿਰਪਾ ਹੋ ਗਈ ਹੈ, ਹੁਣ ਤੇਰਾ ਸੰਸਾਰ ਵਿੱਚ ਫੇਰਾ ਨਹੀਂ ਹੋਏਗਾ, ਚੱਕਰ ਨਹੀਂ ਹੋਵੇਗਾ। ਜਨਮ ਮਰਨ ਦੁਖ ਮਿਟਗਾ ਤੇਰਾ। ਕਿਉਂਕਿ ਵਾਹਿਗੁਰੂ ਦੀ ਤੇਰੇ ਤੇ ਬੜੀ ਮਿਹਰ ਹੋ ਗਈ ਹੈ ਮਰਦਾਨਿਆ। ਤੇਰਾ ਜਿਹੜਾ ਜਨਮ ਮਰਨਿਆ ਨਾ, ਉਹ ਜਨਮ ਮਰਨ ਦਾ ਦੁੱਖ ਉਹ ਮਿਟ ਗਿਆ ਹੈ। ਜਾਣਿਆ ਸਾਚ ਬਚਨ ਪ੍ਰਭ ਹੋਹੰ। ਜਦੋਂ ਗੁਰੂ ਸਾਹਿਬ ਜੀ ਨੇ ਇਸ਼ਾਰੇ ਨਾਲ ਹੀ ਉਹ ਬਚਨ ਕਹਿ ਦਿੱਤੇ ਹੈ ਆਉਣ ਵਾਲੇ ਸਮੇਂ ਦੇ, ਅਤੇ ਭਾਈ ਮਰਦਾਨਾ ਜਾਣ ਗਿਆ ਹੈ ਵੀ ਗੁਰੂ ਸਾਹਿਬ ਜੀ ਦਾ ਜਿਹੜਾ ਬਚਨ ਉਹ ਸੱਚ ਹੀ ਹੁੰਦਾ ਹੈ, ਹੁੰਦਾ ਆਇਆ ਅਤੇ ਇਹ ਵੀ ਸੱਚ ਹੀ ਹੋਵੇਗਾ। ਬੋਲਿਓ ਮਰਦਾਨਾ ਹਨਮੋਹਨ। ਭਾਈ ਮਰਦਾਨਾ ਉਸ ਵੇਲੇ ਆਪਣਾ ਮੋਹ ਨੂੰ ਨਾਸ ਕਰਕੇ ਬੋਲਿਆ ਹੈ। ਜਹਾਂ ਤਨ ਛੁਟਿਆ ਕੌਣ ਥਲ ਹੋਹੀ। ਮਹਾਰਾਜ ਮੈਨੂੰ ਇਹ ਵੀ ਤਾਂ ਦੱਸ ਦਿਓ ਵੀ ਜਿੱਥੇ ਮੇਰਾ ਸਰੀਰ ਛੁੱਟੇਗਾ, ਮੈਂ ਆਪਣਾ ਦੇਹ ਛੱਡਾਂਗਾ, ਉਹ ਵੀ ਕੈਸਾ ਥਾਂ ਹੋਏਗਾ, ਕਿਹੜਾ ਥਾਂ ਹੋਏਗਾ? ਰਾਹੀ ਆਰ ਬਲ ਕਿਤਨਕ ਮੋਹੀ। ਫਿਰ ਮਹਾਰਾਜ ਇਹ ਵੀ ਦੱਸ ਦਿਓ ਮੇਰੀ ਜਿਹੜੀ ਉਮਰ ਹੈ ਬਾਕੀ ਦੀ ਕਿੰਨੀ ਕੁ ਰਹਿ ਗਈ ਹੈ? ਰਾਵਰ ਕੇ ਹਿਰਦੇ ਸਭ ਗਿਆਤਾ। ਕਿਉਂਕਿ ਮੈਨੂੰ ਤੇ ਪਤਾ ਨਹੀਂ ਹੈ, ਤੇ ਆਪ ਜੀ ਦੇ ਹਿਰਦੇ ਵਿੱਚ ਸਭ ਗਿਆਤ ਸਮਝ ਹੈ। ਇਹੋ ਬਤਾਏ ਦੀਜਾ ਸੁਖ ਦਾਤਾ। ਸੁੱਖਾਂ ਦੇ ਦਾਤੇ ਸਤਿਗੁਰੂ ਜੀ ਮੈਨੂੰ ਇਹ ਦੱਸ ਦਿਓ ਵੀ ਮੇਰੀ ਉਮਰ ਕਿੰਨੀ ਕੁ ਰਹਿ ਗਈ ਹੋਰ? ਫਿਰ ਜਿੱਥੇ ਮੇਰਾ ਸਰੀਰ ਛੁੱਟੇਗਾ ਉਹ ਥਾਂ ਕੈਸਾ ਹੋਏਗਾ? ਭਲੋ ਸਥਲ ਜਾਨੋ ਮਰਦਾਨਾ। ਗੁਰੂ ਸਾਹਿਬ ਜੀ ਕਹਿਣ ਲੱਗੇ ਮਰਦਾਨਿਆ ਜਿੱਥੇ ਤੇਰਾ ਸਰੀਰ ਛੁੱਟੇਗਾ ਉਹ ਚੰਗਾ ਹੀ ਥਾਂ ਜਾਣ ਲਾ। ਜਹਾਂ ਹੋਏਗੇ ਤੋਰ ਚਲਾਨਾ। ਜਿੱਥੇ ਤੇਰਾ ਵੀ ਚਲਾਣਾ ਹੋਏਗਾ, ਤੂੰ ਸਰੀਰ ਛੱਡੇਗਾ, ਉਹ ਵੀ ਥਾਂ ਚੰਗਾ ਹੀ ਜਾਣ ਲਾ। ਫਿਰ ਜਿੱਥੇ ਤੇਰਾ ਚੱਲਣਾ ਹੋਵੇਗਾ ਸੱਚਖੰਡ, ਉਹ ਵੀ ਚੰਗਾ ਹੀ ਸਥਾਨ ਹੈ। 5 ਦਿਵਸ ਲਓ ਆਯਰ ਤੇਰੀ। ਬਾਕੀ ਜੋ ਤੂੰ ਉਮਰ ਬਾਰੇ ਪੁੱਛਦਾ ਹੈ, ਉਹ ਉਮਰ ਤੇਰੀ ਮਰਦਾਨਿਆ 5 ਦਿਨਾਂ ਤੱਕ ਰਹਿ ਗਈ ਹੈ। ਹੋਰ 3 ਘਟੀ ਦਿਨ ਹਰਹ ਤਿਹ ਬੇਰੀ। ਜਦੋਂ 5ਵੇਂ ਦਿਨ ਤੇਰੀ ਉਮਰ ਜਿਹੜੀ ਹੈ 3 ਘੜੀਆਂ ਰਹਿ ਜਾਏਗੀ। 5 ਭੂਤਕ ਤਨ ਕੋ ਤਬ ਸ਼ੋਰਾ। 5ਵੇਂ ਦਿਨ ਜਦੋਂ 3 ਘੜੀਆਂ ਦਿਨ ਰਹਿ ਜਾਏਗਾ, ਤੇ ਤੂੰ ਇਹ 5 ਭੂਤਕ ਦਾ ਜਿਹੜਾ 5 ਤੱਤਾਂ ਦਾ ਜਿਹੜਾ ਸਰੀਰ ਹੈ, ਇਹ ਦੇਹ ਹੈ, ਇਹਦਾ ਖਹਿੜਾ ਛੱਡ ਕੇ ਪਹੁੰਚੋ ਜਾਏ ਅਚਲ ਜਹ ਠੋਰਾ। ਉੱਥੇ ਜਾ ਕੇ ਪਹੁੰਚੋਗੇ ਜਿੱਥੇ ਅਚਲ ਥਾਂ ਹੈ, ਅਬਚਲ ਥਾਂ ਹੈ। ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਮਰਦਾਨਾ ਤੂੰ ਨਾਮ ਜਪਿਆ ਹੈ, ਅਬਚਲ ਨਗਰ ਹੈ ਜਿੱਥੇ ਅਟਲ ਨਗਰੀ ਹੈ ਪਰਮੇਸ਼ਰ ਦੀ, ਸੱਚਖੰਡ ਜਿਹੜਾ ਸਥਿਰ ਥਾਂ ਹੈ, ਸਥਿਤ ਥਾਂ ਹੈ।
ਬੇਗਮਪੁਰਾ ਸ਼ਹਿਰ ਕੋ ਨਾਉ, ਉਸ ਥਾਂ ਤੇ ਤੂੰ ਪਹੁੰਚ ਜਾਏਗਾ। ਭੋਜਨ ਲੱਗਾ ਬਾਹਰ ਮਰਦਾਨਾ, ਫਿਰ ਭਾਈ ਮਰਦਾਨਾ ਪੁੱਛਣ ਲੱਗਾ, ਹੋਵਹਿ ਜਬ ਹੀ ਮੋਰ ਚਲਾਨਾ। ਸਤਿਗੁਰੂ ਜੀ, ਜਦੋਂ ਮੇਰਾ ਚਲਾਣਾ ਹੋਏਗਾ ਭਾ ਮੈਂ ਸਰੀਰ ਛੱਡਾਂਗਾ। ਆਪ ਨਿਕਟ ਤੁਮ ਹੋ ਕੇ ਨਾਹੀ, ਮੈਨੂੰ ਇਹ ਵੀ ਦੱਸ ਦਿਓ ਵੀ ਤੁਸੀਂ ਮੇਰੇ ਕੋਲ ਹੋਵੋਗੇ ਕਿ ਜਾਂ ਨਹੀਂ ਹੋਵੋਗੇ। ਇਹ ਜਾਣਨ ਕੀ ਮਮ ਚਿਤ ਚਾਹੀ, ਇਹ ਜਾਣਨ ਦੀ ਮੇਰੇ ਵਿੱਚ ਮਹਾਰਾਜ ਬੜੀ ਚਾਹਨਾ ਇੱਛਾ ਹੈ। ਸਦਾ ਹੀ ਤੁਹਾਡੇ ਨਾਲ ਰਹੇ ਹਾਂ, ਹੁਣ ਸਰੀਰ ਛੱਡਣ ਵੇਲੇ ਤੁਸੀਂ ਮੇਰੇ ਪਾਸ ਹੋਵੋਗੇ ਕਿ ਨਹੀਂ ਹੋਵੋਗੇ। ਸੁਨ ਬੋਲੇ ਬੇਦੀ ਕੁਲ ਦੀਪਾ, ਸੁਣ ਕੇ ਸਤਿਗੁਰੂ ਜੀ ਜੋ ਬੇਦੀਆਂ ਦੇ ਕੁਲ ਦੇ ਦੀਵਾ ਰੂਪ ਪ੍ਰਕਾਸ਼ ਰੂਪ ਹੈ ਬਚਨ ਬੋਲੇ ਹੈ। ਹਮ ਤਬ ਤੇਰੇ ਰਹਿ ਸਮੀਪਾ, ਮਰਦਾਨਾ ਤੂੰ ਫਿਕਰ ਨਾ ਕਰ, ਜਦੋਂ ਤੂੰ ਸਰੀਰ ਛੱਡੇਗਾ ਨਾ ਅਸੀਂ ਤੇਰੇ ਕੋਲ ਹੀ ਰਹਾਂਗੇ। ਕਰ ਕਾ ਸਭ ਪ੍ਰਕਾਰ ਵਿਦ ਆਛੇ, ਹਾਂ, ਸਭ ਤਰ੍ਹਾਂ ਨਾਲ ਚੰਗੀ ਤਰ੍ਹਾਂ ਤੇਰੇ ਅੰਤਮ ਦੀ ਕਿਰਿਆ ਕਰਕੇ, ਭਾਵ ਜਿਵੇਂ ਕੋਈ ਮੁਸਲਮਾਨ ਨੂੰ ਦਫਨਾ ਦਈਦਾ ਹੈ, ਉਹਦੀ ਅੰਤਮ ਕਿਰਿਆ ਕਰ ਦਈਦੀ, ਕਬਰ ਪੁੱਟ ਕੇ ਅਤੇ ਉਹ ਕੱਪੜੇ ਵਿੱਚ ਲਪੇਟ ਕੇ ਦਬਾ ਦਈਦਾ, ਦਫਨਾ ਦਈਦਾ। ਅਤੇ ਇਸੇ ਤਰ੍ਹਾਂ ਜੇ ਕੋਈ ਹੋਰ ਹੋਵੇ ਤਾਂ ਚਿਖਾ ਸਜਾ ਕੇ ਸੋਹਣੀ ਦੇ ਸੰਸਕਾਰ ਕਰ ਦਈਦਾ। ਇਵੇਂ ਮਰਦਾਨਿਆਂ ਸਭ ਤਰ੍ਹਾਂ ਨਾਲ ਚੰਗੀ ਤਰ੍ਹਾਂ ਨਾਲ ਹੀ ਜਿਹੜੀ ਹੈ ਚੰਗੀ ਵਿਧੀ ਕਰਕੇ ਹੀ ਅਪਰ ਥਾਨ ਗਮਨ ਤਬ ਪਾਛੇ, ਤੇਰਾ ਅੰਤਮ ਕਿਰਿਆ ਅੰਤਮ ਸੰਸਕਾਰ ਦੀ ਕਿਰਿਆ ਸਾਰੀ ਕਰਕੇ ਫੇਰ ਹੀ ਹੋਰ ਥਾਂ ਦੇ ਪਿੱਛੋਂ ਅਸੀਂ ਚੱਲਾਂਗੇ ਜਾਵਾਂਗੇ। ਸਭ ਬਿਦ ਸੋ ਕਹਿ ਕੇ ਜਗ ਸਾਈ, ਇਵੇਂ ਸਭ ਤਰ੍ਹਾਂ ਨਾਲ ਮਹਾਰਾਜ ਸੋਹਣੇ ਬਚਨ ਕਹਿ ਕੇ ਜਗਤ ਦੇ ਸਾਈਂ ਵਿਦਾ ਪੀਰ ਤੇ ਹੋਇਆ ਬਰਿਆਈ। ਇਹ ਬਚਨ ਕਹਿ ਕੇ ਜਿਹੜੇ ਪੀਰ ਹੈ ਨਾ ਦਸਤਗੀਰ ਪੀਰ ਜੀ, ਉਹ ਤੋਂ ਮੱਲੋ ਮੱਲੀ ਜੋਰੋ ਜੋਰੀ ਮਹਾਰਾਜ ਵਿਦਾ ਹੋਏ। ਉਹ ਜਾਣ ਨਹੀਂ ਸੀ ਦਿੰਦੇ, ਕਹਿੰਦੇ ਨਹੀਂ ਮਹਾਰਾਜ ਜਾਣਾ ਇੱਥੇ ਹੀ ਰਹੋ। ਦਸਤਗੀਰ ਪੀਰ ਹੱਥ ਜੋੜਦੇ ਆ ਸਤਿਗੁਰੂ ਜੀ ਅੱਗੇ। ਗੁਰੂ ਸਾਹਿਬ ਜੀ ਕਹਿੰਦੇ ਵੀ ਹੁਣ ਤੇ ਪੀਰ ਜੀ ਜਾਣਾ ਹੈ ਅੱਗੇ ਵੀ। ਇਵੇਂ ਮੱਲੋ ਮੱਲੀ ਮਹਾਰਾਜ ਉੱਥੋਂ ਵਿਦਾ ਹੋ ਗਏ ਪੀਰ ਦਸਤਗੀਰ ਤੋਂ। ਮੰਦ ਮੰਦ ਮਗ ਮੈਂ ਪ੍ਰਸਥਾਨੇ, ਉੱਥੋਂ ਬਗਦਾਦ ਤੋਂ ਸਤਿਗੁਰੂ ਜੀ ਹੌਲੀ ਹੌਲੀ ਚੱਲਦੇ ਰਸਤੇ ਵਿੱਚ ਆ ਰਹੇ ਹੈ। 4 ਦਿਵਸ ਬੀਤੇ ਜਬ ਜਾਣੇ, ਜਦੋਂ 4 ਦਿਨ ਬੀਤੇ ਹੈ ਭਾਈ ਮਰਦਾਨੇ ਨੇ ਜਾਣੇ ਹੈ। ਸੁਪਨਾ ਇੱਕ ਬਿਲੋਕ ਮਰਦਾਨਾ, ਭਾਈ ਮਰਦਾਨਾ ਜੀ ਨੇ ਉਸ ਵੇਲੇ ਇੱਕ ਸੁਪਨਾ ਦੇਖਿਆ ਹੈ। ਗਤ ਦਾਨੀ ਸਾ ਬਚਨ ਬਖਾਨਾ, ਉਹ ਮੁਕਤੀ ਦਾਤੇ ਸਤਿਗੁਰੂ ਜੀ ਨਾਲ ਬਚਨ ਕਿਹਾ ਸੁਪਨੇ ਦੇ ਸੰਬੰਧ ਵਿੱਚ। ਮੋਕੋ ਪ੍ਰਗਟ ਸੁਪਨ ਹੈ ਆਇਓ, ਗੁਰੂ ਮਹਾਰਾਜ ਮੈਨੂੰ ਪ੍ਰਗਟ ਰੂਪ ਵਿੱਚ ਇੱਕ ਸੁਪਨਾ ਆਇਆ। ਇੱਕ ਤੇ ਹੁੰਦਾ ਨਾ ਗੂੜੀ ਨੀਂਦ ਵਿੱਚ ਸੁਪਨਾ ਆਉਣਾ, ਇੱਕ ਹੁੰਦਾ ਵੀ ਹੋਸ਼ ਵੀ ਹੋਣੀ ਤੇ ਉਹ ਐਵੇਂ ਸੁਪਨਾ ਪ੍ਰਤੱਖ ਹੀ ਆਉਣਾ। ਕਹਿੰਦੇ ਮਹਾਰਾਜ ਮੈਨੂੰ ਇੱਕ ਪ੍ਰਤੱਖ ਹੀ ਪ੍ਰਗਟ ਹੀ ਸੁਪਨਾ ਆਇਆ ਹੋਇਆ ਹੈ। ਜਾ ਰਹਿ ਪੁਨ ਜੋ ਧਰਨ ਦਬਾਇਓ। ਹੁਣ ਭਾਈ ਮਰਦਾਨਾ ਮੁਸਲਮਾਨ ਸੀ, ਜਿਸ ਕਰਕੇ ਵੀ ਮੁਸਲਮਾਨ ਹੁਣ ਦਫਨਾਉਂਦੇ ਹੈ ਅਤੇ ਜੇ ਕੋਈ ਸੜ ਜਾਵੇ ਸੰਸਕਾਰ ਹੋ ਜਾਵੇ ਉਹਦਾ ਤਾਂ ਉਹਨੂੰ ਅਪਵਿੱਤਰ ਮੰਨਦੇ ਹੈ। ਅਤੇ ਇਵੇਂ ਭਾਈ ਮਰਦਾਨੇ ਦੀ ਵੀ ਉਹੀ ਅੰਤਮ ਕਿਰਿਆ ਹੋਣੀ ਸੀ ਅਤੇ ਉਹ ਸੁਪਨਾ ਗੁਰੂ ਸਾਹਿਬ ਜੀ ਨੇ ਦਿਖਾ ਦਿੱਤਾ ਵੀ ਸਾਡੇ ਨਾਲ ਰਿਹਾ ਹੈ ਅਤੇ ਇਸ ਨੂੰ ਹੁਣ ਅਸੀਂ ਆਪਣੇ ਵਾਂਗ ਹੀ ਰੱਖਣਾ ਚਾਹੁੰਦੇ ਹਾਂ, ਸਾਡਾ ਸੇਵਕ ਹੈ। ਉਹ ਸੁਪਨਾ ਦਿਖਾ ਦਿੱਤਾ। ਸੁਪਨਾ ਆਇਆ ਅਤੇ ਦੱਸ ਰਿਹਾ ਮਹਾਰਾਜ ਮੈਂ ਸੁਪਨਾ ਦੇਖਿਆ ਵੀ ਜਿਹੜੇ ਧਰਤੀ ਵਿੱਚ ਦਬਾਏ ਜਾਂਦੇ ਹੈ ਉਹ ਫਿਰ ਪਰਲੋਕ ਵਿੱਚ ਉੱਥੇ ਸਾੜੇ ਜਾਂਦੇ ਹੈ। ਆਗੇ ਜਾਰਨ ਤੇ ਥਾਈ, ਮੈਂ ਚਾਹੁੰਦਾ ਵੀ ਅੱਗੇ ਵੀ ਉਹਨਾਂ ਸਾੜਨਾ ਹੀ ਹੈ। ਉਹ ਅੱਗੇ ਸਾੜਨ ਤੋਂ ਪਹਿਲਾਂ ਹੀ ਮਹਾਰਾਜ ਇਸੇ ਥਾਂ ਹੀ ਮੁਝ ਦੇਹੋ ਦਾਹੋ ਅਗਨ ਜਗ ਸਾਈ, ਜਗਤ ਦੇ ਸਾਈਂ ਗੁਰੂ ਸਾਹਿਬ ਜੀ ਮੈਨੂੰ ਇੱਥੇ ਤੁਸੀਂ ਦਾਹ ਅਗਨ ਕਰ ਦਿਓ, ਸੰਸਕਾਰ ਭਾਵ ਮੇਰਾ ਕਰ ਦਿਓ। ਧਰਨ ਬਿਖਾ ਦਫਨਾ ਬਹੁ ਨਾਹੀ, ਮੇਰੀ ਬੇਨਤੀ ਹੈ ਮਹਾਰਾਜ ਮੈਨੂੰ ਧਰਤੀ ਵਿੱਚ ਨਾ ਦਫਨਾਇਓ, ਮੈਨੂੰ ਕਬਰ ਵਿੱਚ ਨਾ ਦਫਨਾਇਓ। ਰਹਿਤ ਨਪਾਕ ਲਖਿਓ ਮਨ ਮਾਹੀ, ਮੈਂ ਮਨ ਵਿੱਚ ਜਾਣ ਲਿਆ ਵੀ ਜਿਹੜੇ ਦਫਨਾਏ ਜਾਂਦੇ ਕਬਰ ਵਿੱਚ ਗੋਰ ਵਿੱਚ ਉਹ ਨਪਾਕ ਰਹਿੰਦੇ ਆ, ਅਪਵਿੱਤਰ ਰਹਿੰਦੇ ਆ। ਜਿਹੜੇ ਅਗਨੀ ਵਿੱਚ ਜਾ ਕੇ ਸੰਸਕਾਰ ਹੋ ਕੇ ਜਾਂਦੇ ਉਹ ਪਵਿੱਤਰ ਹੋ ਜਾਂਦੇ ਆ। ਗੁਰੂ ਭਨਿਓ ਹਮਾਰੇ ਸਿਰ ਭਾਰੰ, ਗੁਰੂ ਸਾਹਿਬ ਜੀ ਕਹਿਣ ਲੱਗੇ ਮਰਦਾਨਿਆ ਕਾਹਨੂੰ ਫਿਕਰ ਕਰਦਾ, ਇਹ ਸਾਡਾ ਜ਼ਿੰਮਾ ਰਿਹਾ, ਇਹ ਸਾਡੇ ਸਿਰ ਭਾਰ ਹੈ।
ਇਹ ਸਾਨੂੰ ਹੀ ਤੇਰਾ ਫਿਕਰ ਹੈ। ਨਹ ਦਫਨਾ ਦੇ ਵਹ ਤੁਹ ਜਾਰੰ। ਨਹੀਂ ਦਫਨਾਵਾਂਗੇ ਤੈਨੂੰ ਮਰਦਾਨਿਆ, ਜਿਵੇਂ ਤੂੰ ਕਹਿਣਾ ਉਸੇ ਤਰ੍ਹਾਂ ਤੇਰਾ ਅੰਤਮ ਸੰਸਕਾਰ ਹੀ ਕਰ ਦਿਆਂਗੇ। ਤੇਰੋ ਕਹਿਓ ਕਰਾਂ ਬਿਦਨੀਕੀ। ਆ ਜਿਵੇਂ ਤੂੰ ਕਿਹਾ ਨਾ ਤੇਰਾ ਕਿਆ ਹੋਇਆ ਚੰਗੀ ਤਰ੍ਹਾਂ ਹੀ ਅਸੀਂ ਕਰਾਂਗੇ, ਕੋਈ ਵੀ ਕਮੀ ਨਹੀਂ ਰਹਿਣ ਦਿਆਂਗੇ। ਭਈ ਭਾਵਨੀ ਜਿਉ ਤੁਝ ਜੀ ਕੀ। ਜਿਵੇਂ ਤੇਰੇ ਜੀ ਦੀ ਆ ਭਾਵਨੀ ਇੱਛਾ ਹੋਈ ਹੈ ਨਾ ਵੀ ਮੇਰਾ ਮਹਾਰਾਜ ਸੰਸਕਾਰ ਕਰਿਓ, ਮੈਨੂੰ ਦਫਨਾਇਓ ਨਾ, ਅਸੀਂ ਉਸੇ ਤਰ੍ਹਾਂ ਹੀ ਕਰਾਂਗੇ, ਤੇਰਾ ਅੰਤਮ ਸੰਸਕਾਰ ਹੀ ਕਰਾਂਗੇ। ਅਬ ਚਲ ਖੁਰਮੇ ਨਗਰ ਮਝਾਰਾ। ਕੌਣ ਕਹਿੰਦੇ ਵੀ ਚੱਲ ਮਰਦਾਨਿਆ ਖੁਰਮੇ ਨਗਰ ਦੇ ਵਿੱਚ। ਤਹ ਤਬ ਖਾਨਾ ਰਹਿਓ ਰਹਾਰਾ। ਤੇਰਾ ਕੁਝ ਜਿਹੜਾ ਖਾਣਾ ਪੀਣਾ ਨਾ ਉਸ ਖੁਰਮੇ ਨਗਰ ਦਾ ਰਹਿ ਗਿਆ ਹੈ। ਤਜਹ ਸਰੀਰ ਜਹਾਂ ਮਰਦਾਨੇ। ਇਹ ਮਰਦਾਨਾ ਅਸੀਂ ਬਚਨ ਕਰਦੇ ਵੀ ਜਿੱਥੇ ਵੀ ਤੂੰ ਸਰੀਰ ਆਪਣਾ ਛੱਡੇਗਾ ਭਾਵੇਂ ਇੱਥੇ ਖੁਰਮੇ ਨਗਰ ਹੀ। ਸੰਤਤ ਤੋਰ ਰਹਿ ਤਿਹ ਥਾਨੇ। ਤੇਰੀ ਜਿਹੜੀ ਸੰਤਾਨ ਤੇਰੇ ਧੀਆਂ ਪੁੱਤਰ ਅੰਸ ਬੰਸ ਉਹ ਵੀ ਉਸੇ ਥਾਂ ਹੀ ਆ ਕੇ ਰਹੇਗੀ ਜਿੱਥੇ ਤੂੰ ਸਰੀਰ ਛੱਡੇਗਾ। ਆਸ ਕਹਿ ਖੁਰਮੇ ਪੁਰ ਮੈਂ ਗਏ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਖੁਰਮੇ ਸ਼ਹਿਰ ਦੇ ਵਿੱਚ ਚਲੇ ਗਏ। ਸੁੰਦਰ ਰਚਨਾ ਦੇਖਤ ਭਏ। ਬਾਜ਼ਾਰਾਂ ਦੀ ਸੋਹਣੀ ਜਿਹੜੀ ਰਚਨਾ ਦੇਖਣ ਲੱਗੇ ਮਹਾਰਾਜ। ਬੀਚ ਬਾਜ਼ਾਰ ਗਏ ਜਗ ਸਾਈ। ਜਗਤ ਦੇ ਸਾਈਂ ਜਦੋਂ ਖੁਰਮੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਗਏ ਐ। ਮਰਦਾਨੇ ਸੋ ਗਿਰਾ ਲਾਈ। ਭਾਈ ਮਰਦਾਨੇ ਨਾਲ ਬਾਣੀ ਬਚਨ ਕਿਹਾ। ਤੇਰਾ ਬਾਕੀ ਰਹਿਓ ਆਹਾਰਾ। ਮਰਦਾਨਿਆਂ ਇਹ ਖੁਰਮੇ ਸ਼ਹਿਰ ਦੇ ਵਿੱਚ ਛਕਣ ਵਾਲਾ ਭੋਜਨ ਪ੍ਰਸ਼ਾਦਾ ਤੇਰਾ ਬਾਕੀ ਰਹਿ ਗਿਆ, ਇੱਥੋਂ ਦਾ ਹੀ ਸਿਰਫ ਖਾਵਨ ਕਰਹੁ ਅੰਤ ਕੀ ਵਾਰਾ। ਅੰਤ ਦੇ ਸਮੇਂ ਜਿਹੜਾ ਤੂੰ ਕੋਈ ਛਕਣਾ ਛਕਾਉਣਾ ਨਾ ਇੱਥੋਂ ਦੇ ਉਹ ਤੂੰ ਖਾਣਾ ਕਰ ਲਾ। ਮਾਨ ਬਚਨ ਤਿਨ ਲੈ ਕਰ ਖਾਇਓ। ਸਤਿਗੁਰੂ ਜੀ ਦਾ ਬਚਨ ਮੰਨ ਕੇ ਭਾਈ ਮਰਦਾਨੇ ਨੇ ਖਜੂਰਾਂ ਨੂੰ ਲੈ ਕਰਕੇ ਖਾਧਾ। ਖੁਰਮੇ ਦਾ ਅਰਥ ਹੁੰਦਾ ਖਜੂਰ। ਇਹ ਸ਼ਹਿਰ ਦਾ ਨਾਮ ਵੀ ਖੁਰਮਾ ਸੀ ਤੇ ਇੱਥੇ ਖਜੂਰਾਂ ਬੜੀਆਂ ਸਨ। ਐਵੇਂ ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਦਾ ਬਚਨ ਮੰਨ ਕੇ ਤੇ ਉਹ ਖਜੂਰਾਂ ਲੈ ਕੇ ਖਾਧੀਆਂ। ਤ੍ਰੈ ਘਟਕਾ ਦਿਨ ਸਮਾਂ ਸੋ ਆਇਓ। ਜਦੋਂ 3 ਘੜੀਆਂ ਦਿਨ ਦਾ ਸਮਾਂ ਹੋ ਆਇਆ ਹੈ। ਔਰ ਤੇ ਵਹਿਰ ਰਚਰ ਥਲ ਪਿਖ ਕਾ। ਸ਼ਹਿਰ ਖੁਰਮੇ ਤੋਂ ਬਾਰ-ਬਾਰ ਸੋਹਣੀ ਥਾਂ ਦੇਖ ਕੇ ਬੈਠੇ ਜਾਏ ਤਹਾਂ ਜਨ ਲਖ ਕਾ। ਗੁਰੂ ਸਾਹਿਬ ਜੀ ਭਾਈ ਮਰਦਾਨੇ ਨੂੰ ਆਪਣਾ ਭਗਤ ਪਿਆਰਾ ਦਾਸ ਜਾਣ ਕੇ ਤੇ ਸ਼ਹਿਰ ਤੋਂ ਬਾਰ-ਬਾਰ ਜਾ ਬੈਠੇ ਹੈ। ਗੁਰ ਬੁਝਿਓ ਕਿਆ ਸਦ ਮਰਦਾਨਾ। ਗੁਰੂ ਸਾਹਿਬ ਜੀ ਨੇ ਪੁੱਛਿਆ ਮਰਦਾਨਿਆ ਕਿ ਤੈਨੂੰ ਕੀ ਖਬਰਸਾਰ ਹੈ। ਪੀ ਤਿਆਰੀ ਤਨ ਬਚਨ ਬਖਾਨਾ। ਕਿ ਸੱਚਖੰਡ ਜਾਣ ਦੀ ਤੈਨੂੰ ਕੀ ਖਬਰ, ਕਿਵੇਂ ਪ੍ਰਤੀਤ ਹੋ ਰਿਹਾ ਹੈ। ਤੇ ਭਾਈ ਮਰਦਾਨਾ ਜੀ ਨੇ ਕਿਹਾ ਮਹਾਰਾਜ ਆਪਣੀ ਪੂਰੀ ਤਿਆਰੀ ਹੈ, ਪੂਰੀ ਚੱਲਣ ਦੀ ਤਿਆਰੀ ਹੈ ਸੱਚਖੰਡ। ਕਾਛ ਨ ਬਿਲੰਬ ਰਹੀ ਅਬ ਮੋਰੀ। ਮੇਰੀ ਤੇ ਮਹਾਰਾਜ ਸੱਚਖੰਡ ਜਾਣ ਨੂੰ ਹੁਣ ਕੋਈ ਦੇਰੀ ਨਹੀਂ ਰਹੀ, ਮੈਂ ਬਿਲਕੁਲ ਤਿਆਰ ਬਰ ਤਿਆਰ ਹਾਂ। ਆਸ ਕਹਿ ਪਨ ਦੋ ਕਰ ਜੋਰੀ। ਇਸ ਤਰ੍ਹਾਂ ਕਹਿ ਕੇ ਦੋਵੇਂ ਹਾਥੀ ਜੋੜੇ ਆ ਭਾਈ ਮਰਦਾਨਾ ਜੀ ਨੇ। ਗੁਰ ਕੇ ਪਦ ਪੰਕਜ ਸਿਰ ਧਰ ਕਾ। ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਉੱਪਰ ਆਪਣਾ ਸੀਸ ਰੱਖ ਕੇ ਭਇਓ ਅਮੋਹ ਸਥਿਤ ਮਨ ਕਰ ਕਾ। ਆਪਣੇ ਮਨ ਨੂੰ ਐ ਟਿਕਾ ਕਰਕੇ ਤੇ ਪਰਿਵਾਰ ਵੱਲੋਂ ਮੋਹ ਤੋਂ ਰਹਿਤ ਹੋ ਗਿਆ ਹੈ। ਭੋਜਨ ਲੱਗੇ ਚਲਨ ਸੁਧ ਤੋਹੀ। ਗੁਰੂ ਸਾਹਿਬ ਜੀ ਫਿਰ ਪੁੱਛਣ ਲੱਗੇ ਮਰਦਾਨਿਆ ਸੱਚਖੰਡ ਜਾਣ ਦੀ ਜਿਹੜੀ ਤੈਨੂੰ ਖਬਰਸਾਰ ਹੈ ਕਿਸ ਪ੍ਰਕਾਰ ਹਿਰਦੇ ਮਹਿ ਹੋਹੀ। ਇਸ ਪ੍ਰਕਾਰ ਤੇਰੇ ਹਿਰਦੇ ਵਿੱਚ ਹੋਈ ਹੈ ਵੀ ਤੂੰ ਕੀ ਪ੍ਰਤੀਤ ਕਰ ਰਿਹਾ, ਕਿਵੇਂ ਤੂੰ ਜਿਹੜਾ ਆਪਣੇ ਅੰਦਰ ਦੇਖ ਰਿਹਾ, ਤੈਨੂੰ ਕਿਵੇਂ ਜਿਹੜਾ ਹੋ ਰਿਹਾ ਹੈ। ਦੋਹਰਾ ਸੁਧ ਮੂਕੋ ਤੁਮ ਸੰਗਤੇ। ਭਾਈ ਮਰਦਾਨਾ ਜੀ ਬੋਲਿਆ ਸਤਿਗੁਰੂ ਜੀ ਆ ਤੁਹਾਡੇ ਸੰਗ ਕਰਨੇ ਕਰਕੇ, ਤੁਹਾਡੇ ਨਾਲ ਰਹਿਣੇ ਕਰਕੇ ਜਿਹੜੀ ਖਬਰਸਾਰ ਹੈ ਮੈਨੂੰ। ਪ੍ਰਾਪਤ ਸਨਹਾ ਕਿਰਪਾਲ। ਜੋ ਮੈਨੂੰ ਖਬਰ ਹੁਣ ਜਾਣ ਦੀ ਪ੍ਰਾਪਤ ਹੋਈ ਇਹਨਾਂ ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਉਹ ਸੁਣੋ। ਨਾਭੀ ਮਹਿ ਜੋ ਪਾਉਣ ਕੀ। ਆ ਨਾਭੀ ਜਿਹੜੀ ਧੁੰਨੀ ਦੇ ਵਿੱਚ ਜਿਹੜੀ ਪਾਉਣ ਦੀ ਗੰਠ ਖੁੱਲੀ ਇਹ ਕਾਲ। ਇਸ ਸਮੇਂ ਮਹਾਰਾਜ ਜੋ ਗੰਢ ਖੁੱਲ ਗਈ ਹੈ, ਜਦੋਂ ਸਰੀਰ ਛੁੱਟਦਾ ਉਦੋਂ ਆ ਨਾਭੀ ਦਾ ਹੀ
ਜਿਹੜਾ ਸਾਧ ਸੰਗਤ ਜੀ ਗੰਢ ਖੁੱਲ੍ਹਦੀ ਹੈ, ਗੁਰਬਾਣੀ 'ਚ ਆਉਂਦਾ ਹੈ, ਖੂਲੀ ਗੰਠ ਉੱਠੋ ਲਿਖਿਆ ਆਇਆ ਰਾਮ। ਵੀ ਹੇ ਰਾਮ ਕਹੀਏ ਭਾਈ ਤੇਰੇ ਨਾਭੀ ਦੀ ਗੰਢ ਖੁੱਲ੍ਹ ਗਈ ਹੈ, ਉੱਠ ਹੁਣ ਤਗੜਾ ਹੋ। ਉੱਧਰੋਂ ਲਿਖਿਆ ਆਇਆ ਵੀ ਚੱਲ ਤਿਆਰ ਹੋ ਜਾਣ, ਤੂੰ ਚੱਲੀਏ। ਐਵੇਂ ਪਾਣ ਅਤੇ ਅਪਾਣ ਦੋ ਜਿਹੜੇ ਪ੍ਰਾਣ ਹੈ ਨਾ, ਹਵਾ ਹੈ, ਸਵਾਸ, ਉਹਨਾਂ ਦੀ ਗੰਢ ਇੱਥੇ ਵੱਜੀ ਹੋਈ ਧੁਨੀ ਦੇ ਵਿੱਚ। ਆ ਧੁਨੀ ਹੀ ਕਹਿੰਦੇ ਆ ਸਾਡੇ, ਇਹ ਕੋਈ ਸ਼ਿੰਗਾਰ ਨਹੀਂ ਹੈ ਵੀ ਜਾਂ ਸ਼ਿੰਗਾਰ ਹੀ ਕੀਤਾ ਵੀ ਧੁਨੀ ਬਣਾ ਦਿੱਤੀ ਮਹਾਰਾਜ ਨੇ, ਐਵੇਂ ਹੀ ਇਹ ਗੰਢ ਪਾਈ ਹੋਈ ਹੈ ਸਵਾਸਾਂ ਦੀ, ਪਾਣ ਅਤੇ ਅਪਾਣ ਦੀ। ਜਦੋਂ ਇਹ ਜਮ ਆਉਂਦੇ ਆ ਉਹ ਖੋਲ੍ਹ ਦਿੰਦੇ ਆ, ਪਾਣ ਅਤੇ ਅਪਾਣ ਹਵਾ ਅਲੱਗ ਅਲੱਗ ਹੋ ਜਾਂਦੀਆਂ, ਨਿਕਲ ਜਾਂਦੀਆਂ ਤਾਂ ਉਸੇ ਵੇਲੇ ਸਰੀਰ ਛੁੱਟ ਜਾਂਦਾ ਹੈ। ਗੁਰੂ ਸਾਹਿਬ ਜੀ ਨੂੰ ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਨਾਭੀ ਵਿੱਚ ਜਿਹੜੀ ਪੌਣ ਹੈ ਨਾ, ਭਾਵ ਪਾਣ ਅਤੇ ਅਪਾਣ, ਉਹਨਾਂ ਦੀ ਜਿਹੜੀ ਗੰਢ ਇਸ ਸਮੇਂ ਖੁੱਲ੍ਹ ਗਈ ਹੈ। ਚੌਪਈ ਨਾਭ ਸਵਾਸ ਆਵਨੇ ਰਹੇ। ਹੁਣ ਤੇ ਬਸ ਮਹਾਰਾਜ ਗਿਣਤੀ ਦੇ ਸਿਰਫ 9 ਹੀ ਸਵਾਸ ਆਉਣ ਵਾਲੇ ਰਹਿ ਗਏ ਹੈ। ਗਿਣ ਦੇਖੋ ਮੈਂ ਕੂਰ ਨਾ ਕਹੇ। ਮਹਾਰਾਜ ਆਪ ਜੀ ਗਿਣ ਕੇ ਦੇਖਣਾ ਚਾਹੁੰਦੇ, ਆਪ ਗਿਣ ਕੇ ਦੇਖ ਲਓ, ਮੈਂ ਝੂਠ ਨਹੀਂ ਕਹਿ ਰਿਹਾ। ਸ੍ਰੀ ਅੰਗਦ ਸੁਨ ਸਭਾ ਕਿਰਪਾਲਾ। ਗੁਰੂ ਅੰਗਦ ਦੇਵ ਸਾਹਿਬ ਜੀ ਸੁਣੋ, ਤਦੋਂ ਹੀ ਦਿਆਲੂ ਕਿਰਪਾਲੂ ਮਹਾਰਾਜ ਜੀ ਨੇ ਮੈਨੂੰ ਮੁਝ ਸੋ ਕਹਿਓ ਕਿ ਗਿਣੀਏ ਬਾਲਾ। ਮੈਨੂੰ ਕਿਹਾ ਵੀ ਭਾਈ ਬਾਲਾ, ਜੋ ਮਰਦਾਨਾ ਕਹਿ ਰਿਹਾ ਵੀ 9 ਸਵਾਸ ਰਹਿ ਗਏ, ਤੂੰ ਵੀ ਆਪਣੇ ਮੁੱਖੋਂ ਗਿਣੀਏ ਇੱਕ ਵਾਰ। ਲਾਗਿਓ ਗਿਣਨੇ ਮੈਂ ਜਬ ਤਾਂ ਕੇ। ਜਦੋਂ ਹੀ ਮਹਾਰਾਜ ਮੈਂ ਭਾਈ ਮਰਦਾਨੇ ਦੇ ਸਵਾਸ ਗਿਣਨ ਲੱਗ ਪਿਆ, 9 ਸਵਾਸ ਆਏ ਤਬ ਜਾ ਕੇ। ਜਦੋਂ ਹੀ ਭਾਈ ਮਰਦਾਨੇ ਦੇ 9 ਸਵਾਸ ਪੂਰੇ ਹੋ ਕੇ ਬਾਹਰ ਆਏ ਹੈ, ਬਹਰ ਮੈਂ ਤਨ ਸੋ ਕਰ ਲਾਇਓ। ਕਹਿੰਦੇ ਮੈਂ ਗਿਣਤੀ ਕੀਤੀ, 9 ਹੀ ਪੂਰੇ ਹੋ ਗਏ। ਫਿਰ ਜਦੋਂ ਸਰੀਰ ਦੇ ਨਾਲ ਮੈਂ ਆਪਣਾ ਹੱਥ ਲਾਇਆ, ਤਿਹ ਕੇ ਪਾਛੇ ਸਵਾਸ ਨਾ ਆਇਓ। ਉਹਦੇ ਪਿੱਛੋਂ ਫਿਰ ਕੋਈ ਭਾਈ ਮਰਦਾਨੇ ਦੇ ਸਰੀਰ ਵਿੱਚੋਂ ਸਵਾਸ ਨਹੀਂ ਬਾਹਰ ਆਇਆ। ਕਹਾ ਪੂਰਾ ਪ੍ਰਭ ਸੰਗ ਬਖਾਨਾ। ਮੈਂ ਉਸ ਵੇਲੇ ਗੁਰੂ ਸਾਹਿਬ ਜੀ ਦੇ ਨਾਲ ਬਚਨ ਕਿਹਾ, ਮਹਾਰਾਜ ਭਾਈ ਮਰਦਾਨਾ ਦੇ ਸੱਚਖੰਡ ਪਿਆਨਾ ਕਰ ਗਿਆ, ਪੂਰਾ ਹੋ ਗਿਆ ਹੈ। ਰਾਵਰ ਬਿਖਾ ਲੀਨ ਮੈਂ ਜਾਨਾ। ਮੈਂ ਜਾਣ ਲਿਆ ਵੀ ਉਹ ਕਿਤੇ ਇੱਧਰ ਉੱਧਰ ਥੋੜ੍ਹੇ ਗਏ ਹੈ, ਉਹ ਆਪ ਜੀ ਦਾ ਜਿਹੜਾ ਸਵੈ ਪ੍ਰਕਾਸ਼ ਰੂਪ ਹੈ ਨਾ, ਉਸ ਵਿੱਚ ਹੀ ਜਾ ਲੀਨ ਹੋਏ ਹੈ। ਸੁਗਮ ਮ੍ਰਿਤ ਉੱਤਮ ਗਤ ਪਾਇਆ। ਦੇਖ ਲਓ ਮਹਾਰਾਜ ਆਪ ਜੀ ਦੇ ਨਾਲ ਰਹਿਣੇ ਕਰਕੇ ਕਿੰਨੀ ਸੌਖੀ ਮੌਤ ਪਾਈ ਹੈ, ਅਤੇ ਉੱਤਮ ਗਤੀ ਕੇਵਲ ਮੁਕਤੀ ਨੂੰ ਪਾਈ ਹੈ। ਉਹ ਉੱਤਮ ਕੇਵਲ ਮੁਕਤੀ ਨੂੰ ਪਾਇਆ ਭਾਈ ਮਰਦਾਨੇ ਨੇ। ਜੋ ਹੋਏ ਜੋਗੀ ਜੋਗ ਕਮਾਇਆ। ਜਿਵੇਂ ਕੋਈ ਜੋਗੀ ਹੋਵੇ ਤੇ ਉਹ ਯੋਗਾ ਅਭਿਆਸ ਕਰਕੇ ਦਸਮ ਦਵਾਰ 'ਚ ਸਵਾਸ ਚੜ੍ਹਾ ਕੇ ਬ੍ਰਹਮ ਰੰਦਰ ਨਾੜੀ ਦੇ ਨੂੰ ਫੋੜ ਕੇ ਤੇ ਆਪਣੇ ਸਵਾਸ ਕੱਢ ਲੈਂਦਾ ਤੇ ਛੱਡ ਜਾਂਦਾ ਸਰੀਰ। ਭਾਈ ਮਰਦਾਨਾ ਦੇ ਇਵੇਂ ਗਿਆ ਜਿਵੇਂ ਕੋਈ ਜੋਗੀ ਹੋਵੇ ਤੇ ਬੜਾ ਤਗੜਾ ਯੋਗ ਕਮਾਇਆ ਹੋਏ ਆਪ ਕੀ ਕਰਨਾ ਜਾਹੀ। ਗੁਰੂ ਸਾਹਿਬ ਜੀ ਅਸੀਂ ਦੇ ਕਹਿੰਦੇ ਵੀ ਜਿਨ੍ਹਾਂ ਦੇ ਉੱਪਰ ਆਪ ਜੀ ਦੀ ਕਿਰਪਾ ਦਇਆ ਮਿਹਰ ਹੋਏ, ਪ੍ਰਾਪਤ ਮ੍ਰਿਤ ਸੋ ਆਸਨ ਰਤਾਹੀ। ਉਹਨਾਂ ਪੁਰਸ਼ਾਂ ਨੂੰ ਐਸੀ ਮਹਾਰਾਜ ਮੌਤ ਪ੍ਰਾਪਤ ਹੁੰਦੀ ਸੌਖੀ, ਨਹੀਂ ਤੇ ਜਿੰਦ ਨਿਮਾਣੀ ਕੱਢੀਏ ਹੱਡਾਂ ਕੋ ਕੜਕਾਏ। ਨਹੀਂ ਤੇ ਜਮ ਜਿਹੜੇ ਨਾ ਉਹ ਜਿੰਦ ਨਿਮਾਣੀ ਕੱਢਦੇ, ਹੱਡਾਂ ਨੂੰ ਕੜਕਾ ਕੇ ਸਾਰੇ ਹੱਡ ਤੋੜ ਦਿੰਦੇ ਹੈ। ਅਸੀਂ ਕਹਿੰਦੇ ਵੀ ਉਹ ਵੇਖੋ ਜੀ ਉਹ ਸਰੀਰ ਹੀ ਆਕੜ ਗਿਆ, ਪਰ ਜਮ ਬੜੀ ਮਾਰਦੇ ਹੈ, ਬੜੀ ਔਖੀ ਜਾਨ ਕੱਢਦੇ ਹੈ। ਅਸੀਂ ਕਹਿੰਦੇ ਸਾਰੀ ਉਮਰ ਨੇ ਮਾੜੇ ਕੰਮ ਕੀਤੇ ਜੀ, ਉਹ ਤਾਂ ਸੁੱਤਾ ਹੀ ਸੌਂ ਗਿਆ, ਸਾਨੂੰ ਕੀ ਪਤਾ ਸੁੱਤਾ ਕਿ ਜਾਂ ਉਹਦੀ ਆਵਾਜ਼ ਹੀ ਨਹੀਂ ਨਿਕਲ ਦਿੱਤੀ। ਬੜੀ ਔਖੀ ਜਾਨ ਨਿਕਲਦੀ ਹੈ, ਸਾਰੇ ਹੱਡ ਤੋੜੇ ਜਾਂਦੇ ਹੈ। ਆ ਕਿਸੇ ਦੀ ਵਾਹ ਪੇਸ਼ ਨਹੀਂ ਚੱਲਦੀ। ਆ ਕਈ ਮੌਤਾਂ ਜਿਨ੍ਹਾਂ ਦੇਖੀਆਂ ਉਹਨਾਂ ਨੂੰ ਪਤਾ, ਅੱਖਾਂ ਹੀ ਤਾਂ ਚੜੀਆਂ ਹੁੰਦੀਆਂ ਉਦੋਂ ਤੇ ਉਹ ਘਰ ਦੇ ਰੌਲਾ ਪਾਈ ਜਾਂਦੇ, ਕੀ ਦਿਖਦਾ ਹੈ। ਜ਼ੁਬਾਨ ਨੂੰ ਵੀ ਵਲ ਪੈ ਜਾਂਦਾ ਹੈ, ਹੱਥ ਸਿੱਧੇ ਹੋ ਜਾਂਦੇ ਹੈ, ਅੱਖਾਂ ਜਿਹੜੇ ਡੇਲੇ ਚਿੱਟੇ ਦਿਖਦੇ, ਕਾਲੀਆਂ ਵੀ ਤਾਂ ਲੱਗ ਜਾਂਦੀਆਂ ਜਾ ਕੇ ਸਿਰੇ ਦੇ। ਉਦੋਂ ਜਾਨ ਔਖੀ ਕੱਢਦੇ, ਉਦੋਂ ਗੰਢ ਖੋਲ੍ਹਦੇ ਜਮ ਆ ਕੇ। ਇਵੇਂ ਮਹਾਰਾਜ ਅਸੀਂ ਦੇ ਇਹ ਜਾਣਿਆ ਵੀ ਜਿਨ੍ਹਾਂ ਦੇ ਆਪ ਜੀ ਦੀ ਦਇਆ ਤਰਸ ਮਿਹਰ ਹੋ ਜਾਏ ਨਾ, ਉਹਨਾਂ ਨੂੰ ਮਹਾਰਾਜ ਮੌਤ ਬੜੀ ਸੌਖੀ ਪ੍ਰਾਪਤ ਹੁੰਦੀ ਹੈ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੂੰ। ਜਿਉਂ ਗਜ ਫੂਲ ਮਾਲ ਕੋ ਡਾ
ਜਿਵੇਂ ਵੱਡੇ ਸਾਰੇ ਹਾਥੀ ਦੇ ਗਲ ਵਿੱਚ ਫੁੱਲਾਂ ਦੀ ਵੱਡੀ ਸਾਰੀ ਮਾਲਾ ਪਾ ਦੇਵੇ ਕੋਈ, ਤਿਉ ਕਛ ਖੇਦ ਨਾ ਮਨ ਮਹਿ ਤੇ ਧਾਰਹਿ। ਉਹ ਹਾਥੀ ਮਾਲ ਕੋ ਡਰ ਹੈ। ਮਾਲਾ ਨੂੰ ਬੜਾ ਸੌਖਾ ਲਾਹ ਲੈਂਦਾ ਹਾਥੀ, ਬੜੇ ਸੌਖੇ ਢੰਗ ਨਾਲ ਹੀ। ਕਿਉਂ ਮਹਾਰਾਜ ਇਹ ਜਿਹੜੇ ਆਪ ਜੀ ਦੇ ਜਿਨ੍ਹਾਂ ਦੇ ਦਰਸ ਆਪ ਜੀ ਦਾ ਹੋ ਜਾਏ, ਉਹਨਾਂ ਨੂੰ ਕੋਈ ਵੀ ਦੁੱਖ ਮਨ ਵਿੱਚ ਨਹੀਂ ਹੁੰਦਾ, ਕੋਈ ਦੁੱਖ ਨਹੀਂ ਮਨ ਵਿੱਚ ਧਾਰਦੇ। ਸ੍ਰੀ ਗੁਰ ਕਹਿਓ ਸੁਨਹੁ ਅਬ ਬਾਲਾ। ਗੁਰੂ ਸਾਹਿਬ ਜੀ ਨੇ ਕਿਹਾ ਭਾਈ ਬਾਲਾ ਹੁਣ ਸੁਣੋ। ਇਹ ਕੋ ਜਾਰ ਦੇਹੋ ਤਤਕਾਲਾ। ਭਾਈ ਮਰਦਾਨਾ ਜੀ ਨੂੰ ਹੁਣ ਇੱਥੇ ਹੀ ਅੰਤਮ ਸੰਸਕਾਰ ਦੀ ਕਿਰਿਆ ਕਰ ਦਿਓ। ਸਰੀਰ ਨੂੰ ਜਿਹੜਾ ਚੰਡਾ ਲਾ ਦਿਓ, ਕੋਈ ਦੇਰੀ ਨਾ ਕਰੋ, ਕਿਸੇ ਨੂੰ ਨਾ ਉਡੀਕੋ। ਨਿਜ ਪਰ ਤੇ ਪਟ ਇਕ ਗੁਰ ਦੀਨਾ। ਧੰਨ ਹੈ ਨਾ ਭਾਈ ਮਰਦਾਨਾ ਜੀ, ਜਿਨ੍ਹਾਂ ਨੂੰ ਐਸੇ ਐਸੇ ਬਖਸ਼ਿਸ਼ਾਂ ਨਸੀਬ ਹੋ ਰਹੀਆਂ। ਕਹਿੰਦੇ ਉਸ ਵੇਲੇ ਗੁਰੂ ਸਾਹਿਬ ਜੀ ਨੇ ਇੱਕ ਜਿਹੜਾ ਵਸਤਰ ਹੈ ਆਪਣੇ ਉੱਪਰੋਂ ਲਾ ਕੇ ਦਿੱਤਾ ਹੈ। ਤਬ ਮੈਂ ਏਕ ਆਪਨਾ ਲੀਨਾ। ਤਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਇੱਕ ਵਸਤਰ ਗੁਰੂ ਜੀ ਨੇ ਦਿੱਤਾ ਲਾ ਕੇ ਆਪਣੇ ਉੱਪਰੋਂ, ਇੱਕ ਵਸਤਰ ਮੈਂ ਲਾ ਕੇ ਦਿੱਤਾ। ਦੋਨੋਂ ਨੇਕੀ ਬਿਦ ਸੋ ਪਾਏ। ਦੋਨੋਂ ਵਸਤਰ ਚੰਗੀ ਤਰ੍ਹਾਂ ਭਾਈ ਮਰਦਾਨਾ ਜੀ ਦੇ ਪੰਜ ਭੂਤਕ ਸਰੀਰ ਤੇ ਪਾਏ ਹੈ। ਬਹੁ ਕਾਸ਼ਤ ਕੀਨਾ ਇਕ ਥਾਏ। ਫਿਰ ਬਹੁਤੀਆਂ ਜਿਹੜੀਆਂ ਸੋਹਣੀਆਂ ਲੱਕੜਾਂ ਇੱਕ ਥਾਂ ਕੀਤੀਆਂ ਸਜਾਉਣੀਆਂ ਚਿਖਾ ਰੂਪ ਵਿੱਚ। ਤਾਂ ਪਰ ਧਰ ਕੈ ਪਾਵਕ ਜਾਰੀ। ਉਸ ਚਿਖਾ ਉੱਪਰ ਲੱਕੜਾਂ ਦੇ ਉੱਪਰ ਭਾਈ ਮਰਦਾਨਾ ਜੀ ਦਾ ਪਵਿੱਤਰ ਸੋਹਣਾ ਸਰੀਰ ਰੱਖ ਕੇ ਕਹਿੰਦੇ ਅਸਾਂ ਨੇ ਫਿਰ ਅੱਗ ਜਲਾਈ ਹੈ, ਭਵ ਝੰਡਾ ਲਾਇਆ ਹੈ। ਤਤ ਛਿਨ ਦੇਹ ਭਸਮ ਕਰ ਡਾਰੀ। ਬੜੀ ਛੇਤੀ ਨਾਲ ਹੀ ਉਸ ਅਗਨੀ ਨੇ ਭਾਈ ਮਰਦਾਨਾ ਜੀ ਦੀ ਜਿਹੜੀ ਦੇਹ ਭਸਮ ਕਰ ਦਿੱਤੀ ਹੈ, ਭਾਵ ਵਿਭੂਤੀ ਬਣਾ ਦਿੱਤੀ ਹੈ। ਏਕ ਨਿਸਾ ਖੁਰਮੇ ਪਰਮਾਹੀ। ਇੱਕ ਰਾਤ ਸਤਿਗੁਰ ਜੀ ਖੁਰਮੇ ਸ਼ਹਿਰ ਦੇ ਵਿੱਚ ਹੀ ਰਹੇ ਪ੍ਰਭੂ ਜਿਹ ਪੇਖ ਦੁਖ ਜਾਹੀ। ਗੁਰੂ ਨਾਨਕ ਸਾਹਿਬ ਜੀ ਇੱਕ ਰਾਤ ਖੁਰਮੇ ਸ਼ਹਿਰ ਵਿੱਚ ਰਹੇ ਹੈ। ਜਿਨ੍ਹਾਂ ਸਤਿਗੁਰਾਂ ਦੇ ਵੇਖ ਕੇ, ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਵੇਖ ਕੇ ਦੁੱਖ ਭੱਜ ਨੱਠ ਜਾਂਦੇ ਹੈ। ਭਏ ਤਿਆਰ ਚਲਨੇ ਕੋ ਜਬ ਹੀ। ਜਦੋਂ ਇਹ ਸਤਿਗੁਰੂ ਜੀ ਇਸ ਸ਼ਹਿਰ ਚੋਂ ਚੱਲਣ ਲਈ ਤਿਆਰ ਹੋਏ ਹੈ, ਗੋਰਖ ਦਈ ਦਿਖਾਈ ਤਬ ਹੀ। ਤਦੋਂ ਹੀ ਕਹਿੰਦੇ ਗੋਰਖਣਿਆਣ ਦਿਖਾਈ ਦਿੱਤੀ ਹੈ। ਇਸ ਤਰ੍ਹਾਂ ਗੋਰਖਨਾਥ ਉੱਥੇ ਸਿੱਧ ਜਿਹੜੇ ਤੁਰੇ ਫਿਰ ਰਹੇ ਸਨ, ਗੁਰੂ ਸਾਹਿਬ ਜੀ ਨੂੰ ਆ ਕੇ ਨਮਸਕਾਰਾਂ ਕੀਤੀਆਂ। ਫਿਰ ਇੱਥੇ ਜਿਵੇਂ ਗਿਆਨ ਚਰਚਾ ਹੋਈ ਆਪੋ ਵਿੱਚ ਹੀ, ਉਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਸਮਾਂ ਇੱਥੇ ਪੂਰਾ ਹੋ ਗਿਆ, ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ। ਏਕ ਨਿਸਾ ਖੁਰਮੇ ਪਰਮਾਹੀ। ਰਹੇ ਪ੍ਰਭੂ ਜਿਹ ਪੇਖ ਦੁਖ ਜਾਹੀ। ਭਏ ਤਿਆਰ ਚਲਨੇ ਕੋ ਜਬ ਹੀ। ਗੋਰਖ ਦਈ ਦਿਖਾਈ ਤਬ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।